ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਮੇਰੇ ਨਾਲ ਇੱਕ ਐਸੀ ਖਾਸ ਸ਼ਖਸੀਅਤ ਮੌਜੂਦ ਆ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਬਹੁਤ ਵਾਰੀ ਸੁਣ ਚੁੱਕੇ ਆ। ਇਹਨਾਂ ਦੇ ਨਾਲ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਆ। ਮੇਰੇ ਨਾਲ ਇਸ ਟਾਈਮ ਡਾਕਟਰ ਗੁਰਨਾਮ ਸਿੰਘ ਜੀ ਜੁੜ ਚੁੱਕੇ ਨੇ। ਵਿਸ਼ੇਸ਼ ਤੌਰ ਦੇ ਉੱਤੇ ਪੰਜਾਬ ਤੋਂ ਇਸ ਟਾਈਮ US ਦੀ ਧਰਤੀ ਦੇ ਉੱਤੇ ਆਏ ਹੋਏ ਨੇ। ਪਹਿਲਾਂ ਵੀ ਕਈ ਵਾਰੀ ਇਹ ਆ ਚੁੱਕੇ ਨੇ। ਗੁਰਮਤ ਵਿੱਦਿਆ, ਗੁਰਮਤ ਸੰਗੀਤ, ਉਸ ਦੇ ਵਿੱਚ ਇਹਨਾਂ ਦਾ ਨਾਮ ਪਹਿਲਾਂ ਹੀ ਬਹੁਤ ਮਕਬੂਲ ਹੈ, ਪੰਥ ਪ੍ਰਸਿੱਧ ਨੇ। ਰੀਸੈਂਟਲੀ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਕ ਬਹੁਤ ਹੀ ਅਹਿਮ ਦਸਤਾਵੇਜ਼ੀ ਮੂਵੀ ਕਿਤਾਬ ਜਿਹੜੀ ਉਹ ਬਣਾਈ ਆ। ਬਹੁਤ ਹੀ ਸਿਰਮੌਰ ਕਵੀ ਜਿਹੜੇ ਹੋਏ ਨੇ ਜੋਗੀ ਅੱਲਾ ਯਾਰ ਖਾਂ ਜੋਗੀ, ਉਹਨਾਂ ਦੀ ਜਿਹੜਾ ਸ਼ਹੀਦਾਨੇ ਵਫਾ, ਉਸ ਨੂੰ ਉਹਨਾਂ ਨੇ ਬਾਖੂਬੀ ਬਹੁਤ ਹੀ ਸੋਹਣਾ ਗਾ ਕੇ ਸ਼ੋਕਮਈ ਜਿਸ ਤਰੀਕੇ ਦੇ ਨਾਲ ਸਾਹਿਬਜ਼ਾਦਿਆਂ ਦਾ ਦਿਨ ਚੱਲ ਰਹੇ ਆ, ਉਸ ਦੇ ਹਿਸਾਬ ਦੇ ਨਾਲ ਉਹਨਾਂ ਨੇ ਗਾ ਕੇ ਸਾਰਿਆਂ ਦੇ ਪੰਥ ਦੀ ਝੋਲੀ ਦੇ ਵਿੱਚ ਪਾਇਆ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਕਿਤਾਬ ਬਾਰੇ, ਇਸ ਦਸਤਾਵੇਜ਼ੀ ਮੂਵੀ ਦੇ ਬਾਰੇ, ਹੋਰ ਕੀ ਕੁਛ ਰਿਹਾ, ਕੀ ਕੁਛ ਹੈ ਇਸ ਦੇ ਵਿੱਚ, ਉਸ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਇਹਨੂੰ ਆਖਦੇ ਹਾਂ ਡਾਕਟਰ ਗੁਰਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਸਭ ਤੁਹਾਨੂੰ ਚਿਰ ਤੋਂ ਜਾਣਦੇ ਹਾਂ, ਕੌਮ ਵੀ ਤੁਹਾਨੂੰ ਜਿਹੜੀ ਉਹ ਜਾਣਦੀ ਆ। ਗੁਰਮਤ ਸੰਗੀਤ ਦੇ ਵਿੱਚ, ਰਾਗਾਂ ਦੇ ਵਿੱਚ, ਕੀਰਤਨ ਦੇ ਲਈ ਸਿੱਖਿਆ ਤੁਸੀਂ ਉਸ ਦੇ ਵਿੱਚ ਦਿੰਦੇ ਆ। ਬਹੁਤ ਸਾਰੇ ਤੁਹਾਡੇ ਜਿਹੜੇ ਸ਼ਾਗਿਰਦ ਨੇ ਉਹ ਇਸ ਟਾਈਮ ਉਹੀ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਆ। ਅੱਜ ਆਪਾਂ ਗੱਲ ਕਰਦੇ ਹਾਂ ਸ਼ਹੀਦਾਨੇ ਵਫਾ, ਇਸ ਕਿਤਾਬ ਤੇ ਜਿਹੜਾ ਉਹ ਬਾਰੇ, ਇਸ ਦਸਤਾਵੇਜ਼ੀ ਦੇ ਬਾਰੇ, ਜਿਹੜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਿਹੜੀ ਤੁਸੀਂ ਬਣਾਈ ਆ। ਸੋ ਥੋੜਾ ਜਿਹਾ ਇਸ ਦੇ ਬਾਰੇ ਸਾਨੂੰ ਪਹਿਲਾਂ ਦੱਸੋ। ਸ਼ਹੀਦਾਨੇ ਵਫਾ ਜੋਗੀ ਅੱਲਾ ਯਾਰ ਖਾਂ ਹੋਰਾਂ ਨੇ, ਦਸਮ ਪਾਤਸ਼ਾਹ ਨੇ, ਉਹਨਾਂ ਦੇ ਪਰਿਵਾਰ ਨੇ ਜਿਹੜੀ ਲਾਸਾਨੀ ਕੁਰਬਾਨੀਆਂ ਕੀਤੀਆਂ ਨੇ, ਉਸ ਦੇ ਬਾਰੇ ਵਿੱਚ ਇਹ ਪੁਸਤਕ ਹੈ। ਖਾਸ ਤੌਰ 'ਤੇ ਛੋਟੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਬਾਰੇ ਵਿੱਚ ਇਹ ਪੁਸਤਕ ਹੈ। ਔਰ ਸਾਰੀ ਜਿਹੜੀ ਗਾਥਾ ਹੈ, ਜਿਹੜੀ ਉਹਨਾਂ ਦੀ ਸ਼ਹੀਦੀ ਦੀ ਗਾਥਾ ਹੈ, ਉਸ ਨੂੰ ਜੋਗੀ ਅੱਲਾ ਯਾਰ ਖਾਂ ਨੇ ਆਪਣੀ ਸ਼ਾਇਰੀ ਦੇ ਵਿੱਚ ਕਲਮਬੱਧ ਕੀਤਾ ਸੀ ਔਰ ਪੁਸਤਕ ਦੇ ਰੂਪ ਦੇ ਵਿੱਚ ਫਿਰ ਇਸ ਨੂੰ ਪ੍ਰਕਾਸ਼ਿਤ ਵੀ ਹੋਈ ਹੈ। ਔਰ ਹੁਣ ਇਸ ਨੂੰ ਗਾਉਣ ਦਾ ਜਿਹੜਾ, ਇਸ ਦੀ ਗਾਇਨ ਕਰਨ ਦਾ ਜਿਹੜਾ ਮਾਣ ਹੈ, ਉਹ ਮੈਨੂੰ ਪ੍ਰਾਪਤ ਹੋਇਆ। ਇਹ ਸਾਰਾ ਕਾਰਜ ਸੰਗਤਾਂ ਨੂੰ ਸਮਰਪਿਤ ਹੈ। ਸੋ ਬਹੁਤ ਬਹੁਤ ਇਸ ਚੀਜ਼ ਦੇ ਲਈ ਧੰਨਵਾਦ। 1988 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਫਿਰ ਭਾਸ਼ਾ ਵਿਭਾਗ ਪੰਜਾਬ ਵਾਲੇ 1998 ਦੇ ਵਿੱਚ ਜੋਗੀ ਅੱਲਾ ਯਾਰ ਖਾਂ ਇਹਨਾਂ ਦਾ ਜਿਹੜਾ ਇਹ ਲੈ ਕੇ ਆਉਂਦੇ ਆ। ਇਹ ਆਪਾਂ ਸੁਣਦੇ ਆਏ ਆ, ਇਹਨਾਂ ਨੂੰ ਪੜ੍ਹਦੇ ਆਏ ਆ। ਅੱਜ ਹੁਣ ਤੁਸੀਂ ਇਹ 2020 ਵਾਲੇ ਇਸ ਦੇ ਵਿੱਚ ਲੈ ਕੇ ਆਏ ਆ। ਸੋ ਕੀ ਮਕਸਦ ਸੀ ਇੰਨੇ ਸਾਲਾਂ ਬਾਅਦ ਇਸ ਨੂੰ ਜਿਹੜਾ ਦੁਬਾਰਾ ਇੱਕ ਹਿਸਾਬ ਦੇ ਨਾਲ ਨਵਿਆਂ ਕਰਨ ਦੇ ਲਈ? ਮਕਸਦ ਤੇ ਮਾਮੂਲ ਇਹੀ ਹੈ ਕਿ ਸਾਡੇ ਜਿਹੜੇ ਸਿੱਖ ਸਰੋਤ ਨੇ, ਪ੍ਰਮਾਣਿਕ ਸਿੱਖ ਸਰੋਤ ਨੇ, ਉਹਨਾਂ ਵੱਲ ਸਾਡੀ ਤਵੱਜੋ ਥੋੜ੍ਹੀ ਘੱਟ ਹੈ। ਔਰ ਮੇਰੇ ਮਨ ਵਿੱਚ ਸੀ ਕਿ ਮੈਂ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਜਿਹੜੀ ਹੈ, ਸ਼ਹੀਦਾਂ ਦੀ ਧਰਤੀ ਹੈ, ਉਸ ਨੂੰ ਬਿਲੋਂਗ ਕਰਦਾ। ਮੇਰੇ ਪਿਤਾ ਜੀ ਨੇ ਉੱਥੇ ਕੀਰਤਨ ਦੀ ਸੇਵਾ ਕੀਤੀ, ਗਿਆਨੀ ਉੱਤਮ ਸਿੰਘ ਜੀ ਨੇ, ਔਰ ਅਸੀਂ ਉਸ ਧਰਤੀ ਦੇ ਵਰੋਸਾਏ ਹੋਏ ਹਾਂ। ਔਰ ਮਨ ਵਿੱਚ ਇਹੀ ਇੱਕ ਇੱਛਾ ਸੀ ਕਿ ਅਸੀਂ ਕਿਸ ਤਰ੍ਹਾਂ ਉਸ ਧਰਤੀ ਨੂੰ ਆਪਣੀ ਅਕੀਦਤ ਭੇਟ ਕਰ ਸਕਦੇ ਹਾਂ। ਅਤੇ ਦਸਤਾਵੇਜ਼ 'ਤੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਦੀ ਗਾਥਾ ਤਾਂ ਸਭ ਨੂੰ ਪਤਾ ਹੈ, ਪਰ ਉਹਦੇ ਲਈ ਸਾਡੇ ਕੋਲ ਪ੍ਰਮਾਣਿਕ ਸਰੋਤ ਜਿਹੜੇ ਨੇ ਉਹ ਬਹੁਤ ਘੱਟ ਨੇ ਔਰ ਉਹਨਾਂ ਨੂੰ ਇੱਕ ਥਾਂ 'ਤੇ ਅਸੀਂ ਇਕੱਤਰ ਵੀ ਅਜੇ ਪ੍ਰੋਪਰਲੀ ਨਹੀਂ ਕਰ ਸਕੇ। ਠੀਕ ਹੈ। ਤਾਂ ਜਦੋਂ ਅਸੀਂ ਇਹ ਵੇਖਦੇ ਹਾਂ ਤਾਂ ਉਹਦੇ 'ਚ ਸਾਡੇ ਕੋਲ ਸਭ ਤੋਂ ਇੱਕ ਜਿਹੜਾ ਪ੍ਰਮਾਣਿਕ ਸਰੋਤ ਸਾਨੂੰ ਇਹ ਲੱਗਦਾ ਹੈ, ਸ਼ਹੀਦਾਨੇ ਵਫਾ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਜੋਗੀ ਅੱਲਾ ਯਾਰ ਖਾਂ ਨੇ ਗੰਜੇ ਸ਼ਹੀਦਾਂ ਜਿਹੜੀ ਲਿਖੀ ਹੈ। ਤਾਂ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਪ੍ਰਕਾਸ਼ਿਤ ਕੀਤਾ, ਜਾਂ ਉਹਨਾਂ ਤੋਂ ਪਹਿਲਾਂ ਭਾਸ਼ਾ ਵਿਭਾਗ ਨੇ ਪ੍ਰਕਾਸ਼ਿਤ ਕੀਤਾ, ਫਿਰ ਦੁਬਾਰਾ ਉਹਦੀ ਪੁਨਰ ਪ੍ਰਕਾਸ਼ਨਾ ਹੋਈ 1998 ਦੇ ਵਿੱਚ, ਅਤੇ 1988 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਪ੍ਰਕਾਸ਼ਿਤ ਕੀਤਾ। ਅਤੇ ਸਾਡੇ ਸਾਰਿਆਂ ਦੇ ਮਨ ਵਿੱਚ ਇਹ ਸੀ ਕਿ ਉਰਦੂ ਪਰਸ਼ੀਅਨ ਦੇ ਵਿੱਚ ਇਹ ਜਿਹੜੀ ਰਚਨਾ ਲਿਖੀ ਗਈ ਹੈ ਔਰ ਬਹੁਤ ਕਲੋਜ਼ਰ ਟੂ ਗੁਰੂਜ਼ ਪੀਰੀਅਡ ਜਿਹੜਾ ਹੈ, ਉਸ ਕਾਲ ਦੇ ਬੜੇ ਨੇੜੇ ਹੈ। ਔਰ ਇਸ ਕਵੀ ਨੇ ਵੀ ਬਹੁਤ ਮਿਹਨਤ ਕਰਕੇ
ਉਹਨਾਂ ਸਾਰੇ ਤੱਥਾਂ ਨੂੰ ਇਕੱਤਰ ਕਰਕੇ ਔਰ ਉਹਨਾਂ ਥਾਵਾਂ ਉੱਤੇ ਆਪ ਪੈਦਲ ਜਾ ਕੇ ਉਹ ਸਾਰੀਆਂ ਜਿਹੜੀਆਂ ਨੇ ਘਟਨਾਵਾਂ ਇਕੱਤਰ ਕੀਤੀਆਂ ਔਰ ਉਹ ਫੀਲਿੰਗਸ ਜਿਹੜੀਆਂ ਨੇ, ਉਹ ਵਾਈਬਸ ਜਿਹੜੀਆਂ ਨੇ ਉਹਨਾਂ ਥਾਵਾਂ ਤੇ ਜਾ ਕੇ ਲਈਆਂ ਔਰ ਉਸ ਤੋਂ ਬਾਅਦ ਇਸ ਨੂੰ ਲਿਖਿਆ, ਫਿਰ ਗਾਇਆ, ਸੰਗਤਾਂ ਨੂੰ ਸੁਣਾਇਆ ਔਰ ਆਪ ਵੀ ਵਿਰਾਗ ਵਿੱਚ ਆਏ ਔਰ ਸੰਗਤਾਂ ਵੀ ਵਿਰਾਗ ਵਿੱਚ ਆਈਆਂ। ਔਰ ਇਸੇ ਕਰਕੇ ਹੀ ਇਹ ਪ੍ਰਮਾਣਿਕ ਹੈ ਕਿਉਂਕਿ ਇਹਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਨੇ ਉਹਨਾਂ ਨੂੰ ਬੜੀ ਸੱਚਾਈ ਦੇ ਨਾਲ ਵਰਣਨ ਕੀਤਾ ਔਰ ਸਾਡੇ ਕੋਲ ਹੋਰ ਤਾਂ ਕੋਈ ਐਸਾ ਪ੍ਰਮਾਣਿਕ ਸਰੋਤ ਨਹੀਂ ਸੀ। ਸੋ ਮਨ ਵਿੱਚ ਸੀ ਕਿ ਕਿਉਂ ਨਾ ਸ਼ਹੀਦਾਂ ਨੇ ਵਫਾ ਨੂੰ, ਮੈਂ ਤੇ ਤੁਹਾਨੂੰ ਪਤਾ ਹੈ ਕਿ ਗੁਰਮਤਿ ਸੰਗੀਤ ਦੀ ਸੇਵਾ ਮਹਾਰਾਜ ਨੇ ਦਿੱਤੀ ਹੈ ਅਕਾਲ ਪੁਰਖ ਨੇ, ਕਈ ਦਹਾਕਿਆਂ ਤੋਂ ਔਰ ਬਾਣੀ ਦਾ ਹੀ ਗਾਨ ਕਰਦੇ ਸੀ। ਪਰ ਮੇਰੇ ਮਨ ਵਿੱਚ ਸੀ ਕਿ ਇਹ ਵੀ ਪ੍ਰਮਾਣਿਕ ਸਰੋਤ ਸਾਡੀ ਸਿਰਮੌਰ ਸੰਸਥਾ ਨੇ ਪ੍ਰਕਾਸ਼ਿਤ ਕੀਤਾ ਔਰ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੈ ਇਸ ਮੁਸਲਿਮ ਕਵੀ ਦੀ। ਤਾਂ ਕਿਉਂ ਨਾ ਇੱਕ ਤਾਂ ਮੁਸਲਿਮ ਕਵੀ ਨੂੰ ਦੀ ਜਿਹੜੀ ਸੇਵਾ ਕੀਤੀ ਹੋਈ ਹੈ ਉਹ ਵੀ ਪੰਥਕ ਤੌਰ ਤੇ ਪ੍ਰਵਾਨਿਤ ਹੋਣੀ ਚਾਹੀਦੀ ਹੈ ਔਰ ਉਸ ਨੂੰ ਵੀ ਜਿਹੜਾ ਹੈ ਉਸ ਨੂੰ ਅਸੀਂ ਸਾਰੇ ਜਿਹੜੇ ਨੇ ਉਸ ਸ਼ਾਨਮੱਤੀ ਜਿਹੜੀ ਉਹਦੀ ਕਿਰਤ ਹੈ ਉਹਨੂੰ ਸਾਰਿਆਂ ਸਾਹਮਣੇ ਰੱਖੀਏ। ਤਾਂ ਇਹੀ ਭਾਵਨਾ ਸੀ ਕਿ ਇਸ ਨੂੰ ਗਾਇਨ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਔਰ ਜਿਹੜੀਆਂ ਸੰਗਤਾਂ ਤੱਕ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਇਹਨੂੰ ਪਹੁੰਚਾ ਦੀ। ਕਾਫੀ ਲੰਬਾ ਪ੍ਰੋਜੈਕਟ ਸੀ ਪਰ ਗੁਰੂ ਪਾਤਸ਼ਾਹ ਨੇ ਆਪ ਕਰਵਾਇਆ ਔਰ ਤੁਸੀਂ ਵੇਖਦੇ ਹੋ ਕਿ ਇਸ ਪੁਸਤਕ ਨੂੰ ਐਜੂਕੇਸ਼ਨਲ ਅਵੇਅਰਨੈਸ ਕਾਉਂਸਲ ਜਿਹੜੀ ਹੈ ਨਿਊ ਜਰਸੀ ਦੀ, ਉਹਨਾਂ ਨੇ ਇਸ ਪੁਸਤਕ ਨੂੰ ਪ੍ਰਕਾਸ਼ਿਤ ਕੀਤਾ। ਪਰ ਇਹ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੇ ਜਿੰਨੇ ਵੀ ਇਹਦੇ ਪ੍ਰਮਾਣਿਕ ਟੈਕਸਟ ਮਿਲਦੇ ਸੀ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਥਾਂ ਤੇ ਇਕੱਤਰ ਕੀਤਾ। ਕਿੰਨਾ ਕੁ ਵਕਤ ਲੱਗ ਗਿਆ ਤੁਹਾਨੂੰ? ਸਾਨੂੰ ਇਸ ਦੇ ਉੱਤੇ ਕੋਈ 5 ਕੁ ਸਾਲ ਦਾ ਵਕਤ ਸਾਨੂੰ ਲੱਗ ਗਿਆ ਔਰ ਉਹਦੇ ਵਿੱਚ ਪਹਿਲਾਂ ਉਸ ਨੂੰ ਇਕੱਤਰ ਕਰਕੇ ਸਾਰੇ ਜਿੰਨੇ ਔਰ ਜਿੰਨਾ ਵੀ ਕੰਮ ਹੋਇਆ ਉਸ ਨੂੰ ਸਟੱਡੀ ਕੀਤਾ। ਵਿਦਵਾਨਾਂ ਦੀ ਇੱਕ ਟੀਮ ਜਿਹੜੀ ਹੈ ਖਾਸ ਤੌਰ ਤੇ ਪੰਜਾਬੀ, ਉਰਦੂ, ਪਰਸ਼ੀਅਨ ਉਹਨਾਂ ਸਾਰਿਆਂ ਨੂੰ ਇਕੱਤਰ ਕਰਕੇ ਅਸੀਂ ਉਸ ਦਾ ਅਧਿਐਨ ਕੀਤਾ, ਮਤਾਲਿਆ ਕੀਤਾ ਔਰ ਉਸ ਤੋਂ ਬਾਅਦ ਫਿਰ ਉਸ ਟੈਕਸਟ ਨੂੰ ਫਾਈਨਲ ਕਰਨ ਤੋਂ ਬਾਅਦ ਫਿਰ ਉਸ ਨੂੰ ਸੰਗੀਤਬੱਧ ਕੰਪੋਜ਼ ਜਿਹਨੂੰ ਕਹਿੰਦੇ ਨੇ ਸੰਗੀਤ ਰਚਨਾ ਬਣਾਈ, ਉਹ ਕੀਤੀ ਔਰ ਫਿਰ ਉਹ ਕਰਨ ਤੋਂ ਬਾਅਦ ਫਿਰ ਸਟੂਡੀਓ ਵਿੱਚ ਇਸ ਦੀ ਰਿਕਾਰਡਿੰਗ ਹੋਈ। 2 ਸਾਲ ਦਾ ਸਮਾਂ ਉਹ ਵੀ ਸਾਨੂੰ ਲੱਗ ਗਿਆ ਔਰ ਗਾਇਨ ਤੋਂ ਬਾਅਦ ਫਿਰ ਇਸ ਦੇ ਸੰਗੀਤ ਦੀ ਤਰਤੀਬ ਜਿਹੜੀ ਹੈ, ਅਰੇਂਜਮੈਂਟ ਹੈ, ਉਹ ਸਾਡੇ ਹਰਜੀਤ ਗੁੱਡੂ ਜੀ ਨੇ, ਸੰਗੀਤਕਾਰ ਨੇ, ਉਹਨਾਂ ਦੇ ਸਟੂਡੀਓ 'ਚ ਹੀ ਕੰਮ ਅਸੀਂ ਇਹ ਕੀਤਾ ਸੀ ਗਾਇਨ ਦਾ। ਤਾਂ ਉਹ ਕੀਤਾ। ਫਿਰ ਇਸ ਦਾ ਜਿਹੜਾ ਮਿਊਜ਼ਿਕ ਹੈ ਉਹ ਸਾਰਾ ਅਸੀਂ ਬਣਾ ਕੇ ਮੁੰਬਈ ਤੋਂ ਉਸ ਨੂੰ ਅਸੀਂ ਤਿਆਰ ਕਰਕੇ ਸੰਗਤਾਂ ਦੇ ਸਨਮੁਖ ਰੱਖਿਆ। ਇਹ ਆਲਰੇਡੀ ਤੁਸੀਂ ਰਿਲੀਜ਼ ਕਰ ਚੁੱਕੇ ਆ ਜਿਹੜਾ ਸੰਗੀਤਮਈ ਸਫ਼ਰ ਹੈ ਜਿਹੜਾ ਸੰਗੀਤ, ਉਹ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਮਿੱਤਰਾਂ ਨਾਲ ਔਰ ਸੰਗਤ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਕਿ ਇਹ ਟੈਕਸਟ ਦੇ ਰੂਪ ਵਿੱਚ ਵੀ ਇਸ ਨੂੰ ਇੱਕ ਵਾਰੀ ਫਿਰ ਸਾਰੀ ਸੰਗਤ ਦੇ ਸਨਮੁਖ ਰੱਖੀਏ ਤਾਂ ਕਿ ਹਰ ਘਰ ਦੇ ਵਿੱਚ ਰੱਖੀਏ। ਤਾਂ ਫਿਰ ਇਹਨੂੰ ਅਸੀਂ ਅੰਗਰੇਜ਼ੀ, ਪੰਜਾਬੀ, ਹਿੰਦੀ, ਕਿਉਂਕਿ ਦਿੱਲੀ ਔਰ ਬਾਕੀ ਭਾਰਤ ਦੇ ਇਲਾਕਿਆਂ ਦੇ ਵਿੱਚ ਜ਼ਰੂਰਤ ਹੈ, ਫਿਰ ਨਾਲ ਹੀ ਅਸੀਂ ਇਹਨੂੰ ਜਿਹੜਾ ਹੈ ਉਰਦੂ ਦੇ ਵਿੱਚ ਵੀ ਉਹਦੇ ਵਿੱਚ ਵੀ ਅਸੀਂ ਪਿੱਛੇ ਜਿਹੜਾ ਹੈ ਅੰਕਿਤ ਕੀਤਾ ਜੀ। ਸੋ ਤੁਸੀਂ ਦੇਖ ਸਕਦੇ ਆ ਇਦਾਂ ਨਾ ਵੀ ਇਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਮੌਜੂਦ ਹੈਗੀ। ਔਰ ਫਿਰ ਸਾਡੇ ਉੱਥੇ ਦੇ ਚਿੱਤਰਕਾਰ ਨੇ ਹਰਪ੍ਰੀਤ ਨਾਜ਼ ਜੀ, ਫਤਿਹਗੜ੍ਹ ਸਾਹਿਬ ਦੀ ਧਰਤੀ ਨਾਲ ਹੀ ਸੰਬੰਧ ਰੱਖਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਉਹ ਸੇਵਾ ਨਿਭਾ ਰਹੇ ਨੇ। ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਤੁਸੀਂ ਸਕੈਚ ਵੀ ਬਣਾ ਦਿਓ ਤਾਂ ਉਹਨਾਂ ਨੇ ਸਕੈਚ ਬਣਾ ਦਿੱਤੇ ਔਰ ਐਜੂਕੇਸ਼ਨ ਅਵੇਅਰਨੈਸ ਕਾਉਂਸਲ ਦੇ ਗੁਰਜੀਤ ਸਿੰਘ ਜੀ ਸੰਮੇਵਾਲੀ ਔਰ ਸਰਦਾਰ ਹਰਭਜਨ ਸਿੰਘ ਜੀ ਔਰ ਸਾਰੇ ਜਿਹੜੇ ਉਹਨਾਂ ਦੀ ਟੀਮ ਦੇ ਮੈਂਬਰਸ ਨੇ ਉਹਨਾਂ ਨੇ ਇਸ ਨੂੰ ਪੁਸਤਕ ਰੂਪ ਵਿੱਚ ਛਾਪਣ ਦਾ ਔਰ ਇਹ ਤੀਸਰੀ ਵਾਰੀ ਇਹ ਪੁਸਤਕ ਜਿਹੜੀ ਹੈ ਬੜੇ 2 ਸਾਲਾਂ ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ ਔਰ ਸਾਰੇ ਅਸੀਂ ਅਮਰੀਕਾ ਦੇ ਵਿੱਚ ਇਸ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ। ਪਿਛਲੀ ਵਾਰੀ ਉਧਰ ਨਿਊ ਜਰਸੀ ਔਰ ਨਿਊਯਾਰਕ ਸਾਈਡ ਦੇ ਉੱਤੇ ਈਸਟ ਕੋਸਟ ਵਾਲੇ ਪਾਸੇ ਸੀ ਔਰ ਐਤਕੀ ਕੈਲੀਫੋਰਨੀਆ ਇਸ ਪਾਸੇ ਸਾਰੇ ਗੁਰੂ ਘਰਾਂ ਨੇ ਬਹੁਤ ਉਤਸ਼ਾਹ ਵਿਖਾਇਆ ਔਰ ਸਾਰਿਆਂ ਨੂੰ ਇਹ ਪੁਸਤਕ ਪਹੁੰਚਾਈ ਗਈ ਹੈ। ਨਾਲ ਹੀ ਅਸੀਂ ਜਿਹੜੀ ਡਾਕੂਮੈਂਟਰੀ ਫਿਲਮ ਫਿਰ ਇਸ ਤੇ ਆਧਾਰਿਤ ਇਹਦੇ ਵਿੱਚੋਂ ਕੁਝ ਪੋਰਸ਼ਨ ਕੱਢ ਕੇ ਉਹ ਅਸੀਂ ਇੱਕ ਛੋਟੀ ਡਾਕੂਮੈਂਟਰੀ ਫਿਲਮ ਬਣਾਈ ਤਾਂ ਕਿ ਸੰਗਤਾਂ ਵਿੱਚ 1 ਘੰਟੇ ਦੀ ਅਸੀਂ ਵਿਖਾ ਸਕੀਏ। ਉਹਦੇ 'ਚ ਗਾਇਨ ਹੈ, ਸੰਗੀਤਮਈ ਡਾਕੂਮੈਂਟਰੀ ਫਿਲਮ ਹੈ ਜੋ ਮਤਲਬ ਇਹਦੇ ਵਿੱਚ ਉਹਨਾਂ ਨੇ ਜੋ ਲਿਖਿਆ ਉਹ ਤੁਸੀਂ ਗਾਇਆ ਔਰ ਫਿਰ ਉਸ ਦੇ ਨਾਲ ਕਮੈਂਟਰੀ ਹੈ ਔਰ ਕੁਝ ਸ਼ਾਰਟ ਵਗੈਰਾ ਪਾ ਕੇ ਅਸੀਂ ਇਹਨੂੰ ਡਾਕੂਮੈਂਟਰੀ ਸੋ ਉਹ ਫਿਰ ਉਹ ਇਤਿਹਾਸ ਨੂੰ ਜਿਹੜਾ ਉਹ ਨਾਲ ਸਜੀਵ ਕੀਤਾ ਹੈ ਸਰਜੀਤ ਜਿਹੜਾ ਉਹ ਕੀਤਾ ਤਾਂ ਕਿ ਸਾਰੀ ਸੰਗਤ ਵੀ ਜੁੜ ਸਕੇ। ਕੋਈ ਇਹੋ ਜਿਹੇ ਮੌਕੇ ਦੇ ਉੱਤੇ ਸਾਡੇ ਕੋਲ ਜਦੋਂ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਆਉਂਦੇ ਨੇ ਤਾਂ ਸਾਡੇ ਕੋਲ ਕੋਈ ਬਹੁਤ ਜ਼ਿਆਦਾ ਐਸੇ
ਪ੍ਰੋਗਰਾਮ ਪੰਥਕ ਤੌਰ ਤੇ ਨਹੀਂ ਹੁੰਦੇ ਤੇ ਅਸੀਂ ਲੰਗਰ ਵੀ ਲਗਾਉਂਦੇ ਹਾਂ, ਅਖੰਡ ਪਾਠ ਸਾਹਿਬ ਵੀ ਕਰਦੇ ਹਾਂ। ਪਰ ਹਿਸਟੋਰੀਕਲੀ ਇਹਨਾਂ ਸਰੋਤਾਂ ਦੇ ਆਧਾਰ ਤੇ ਜਿਹੜੇ ਸਾਡੇ ਪ੍ਰਮਾਣਿਕ ਦਸਤਾਵੇਜ਼ ਨੇ ਉਹਨਾਂ ਦੇ ਆਧਾਰ ਉੱਤੇ ਗੱਲ ਹੋਣੀ ਚਾਹੀਦੀ ਹੈ। ਸਾਡੇ ਕਥਾਵਾਚਕ ਪ੍ਰੀਚਰ ਵੀ ਇਹਦੇ ਵਿੱਚੋਂ ਹਵਾਲੇ ਦਿੰਦੇ ਨੇ, ਪਰ ਕੰਪਲੀਟ ਸਾਰਿਆਂ ਨੂੰ ਨਹੀਂ ਪਤਾ। ਹੁਣ ਅਸੀਂ ਇਸ ਤੋਂ ਬਾਅਦ ਅਗਲਾ ਪ੍ਰੋਜੈਕਟ ਜਿਹੜਾ ਕੀਤਾ ਹੈ ਕਿ ਜਿਹੜੀ ਕੰਪਲੀਟ ਸ਼ਹੀਦਾਂ ਨੇ ਵਫਾ ਹੈ ਉਹ 2 ਘੰਟੇ 3 ਮਿੰਟ ਦੀ ਬਣੀ ਹੈ, ਹਾਂਜੀ, ਉਹ ਗਾਇਨ ਕਰਦੀ, ਉਹ ਵੀ ਅਸੀਂ ਜਲਦੀ ਰਿਲੀਜ਼ ਕਰ ਰਹੇ ਹਾਂ। ਇਸ ਤੋਂ ਪਹਿਲਾਂ ਜਿਹੜੇ ਵੱਡੇ ਸਾਹਿਬਜ਼ਾਦਿਆਂ ਵਾਲੀ ਆ ਇਹਨਾਂ ਦੀ ਉਹ ਤੁਸੀਂ ਆਲਰੇਡੀ ਗੰਜੇ ਸ਼ਹੀਦਾਂ ਨੂੰ ਵੀ ਮੈਂ ਉਹਦਾ ਗਾਇਨ ਕਰ ਚੁੱਕਾ, ਪਰ ਉਸ ਨੂੰ ਅਸੀਂ ਅਜੇ ਉਹਦਾ ਮਿਊਜ਼ਿਕ ਵੀ ਬਣਨਾ ਔਰ ਅਸੀਂ ਰਿਲੀਜ਼ ਕਰਨੀ, ਉਹ ਸਾਰਾ ਪ੍ਰੋਜੈਕਟ ਹੋਣ ਵਾਲਾ ਹੈ। ਪਰ ਗੁਰੂ ਦੀ ਕਿਰਪਾ ਦੇ ਨਾਲ ਉਸ ਦਾ ਗਾਇਨ ਕੰਪਲੀਟ ਇਹਨਾਂ ਦੋਹਾਂ ਦਾ ਹੋ ਚੁੱਕਾ। ਮੈਨੂੰ ਇਸ ਗੱਲ ਦੀ ਬੜੀ ਤਸੱਲੀ ਤੇ ਕੁੱਲ 109 ਜਿਹੜੀਆਂ ਇਹਦੇ ਵਿੱਚ ਇਸਦੇ ਬੰਦ ਨੇ ਜੀ, ਔਰ ਉਹ ਸਟੋਰੀ ਸਾਰੀ ਪਰੋਈ ਗਈ ਹੈ। ਠੀਕ ਹੈ। ਸੋ ਇਹ ਹੁਣ ਤੁਸੀਂ ਦੇਖੋ ਵੀ ਇਹ 3 ਚੀਜ਼ਾਂ ਹੋ ਗਈਆਂ। ਇੱਕ ਤਾਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਨਾ, ਹਾਂਜੀ, ਫਿਰ ਉਸ ਨੂੰ ਗਾਇਨ ਵੀ ਕਰਨਾ, ਮਿਊਜ਼ਿਕ ਵੀ ਕਰਨਾ, ਫਿਰ ਇਹਨੂੰ ਪੁਸਤਕ ਦਾ ਜਿਹੜਾ ਉਹ ਰੂਪ ਦੇਣਾ। ਸੋ ਕੁੱਲ ਕਿੰਨੇ ਆ 5 ਸਾਲ, ਫਿਰ ਇਸ ਦੇ ਸਕੈਚ ਵੀ ਇਸ ਨੂੰ ਬਣਾਏ, ਨਾਲ ਜਿਹੜਾ ਉਹਦੇ ਵਿੱਚ ਨਾਲ ਰਿਲੇਟਡ ਟ੍ਰਾਂਸਲੇਸ਼ਨ ਕੀਤਾ, ਅਥੈਂਟਿਕ ਜਿਹੜਾ ਟੈਕਸਟ ਤਿਆਰ ਕੀਤਾ ਵਿਦਵਾਨਾਂ ਦੀ ਪਰਚੀ। ਕਿੰਨਾ ਦੇ ਚੈਲੰਜਸ ਤੁਹਾਨੂੰ ਇਸ ਦੇ ਵਿੱਚ? ਚੈਲੰਜਸ ਇੱਕ ਤਾਂ ਹੈ ਕਿ ਪ੍ਰਮਾਣਿਕ ਟੈਕਸਟ ਤਿਆਰ ਕਰਨਾ ਆਪਣੇ ਆਪ ਦੇ ਵਿੱਚ ਬੜਾ ਵੱਡਾ ਡਿਫਿਕਲਟ ਕੰਮ ਹੁੰਦਾ ਹੈ, ਔਰ ਇਹਦੇ ਲਈ ਅਸੀਂ ਜਿਹੜੇ ਪੰਥਕ ਸਾਡੇ ਸਕਾਲਰ ਸੀ ਉਹਨਾਂ ਨੂੰ ਵੀ ਬਿਠਾਇਆ। ਇਸ ਵਿੱਚ ਮੇਰੀ ਸੇਵਾ ਤਾਂ ਰਹੀ, ਮੇਰੇ ਵਾਈਫ ਡਾਕਟਰ ਅੰਮ੍ਰਿਤਪਾਲ ਕੌਰ ਡੀਨ ਪੰਜਾਬੀ ਯੂਨੀਵਰਸਿਟੀ, ਉਹਨਾਂ ਨੇ ਆਪਣਾ ਯੋਗਦਾਨ ਦਿੱਤਾ, ਔਰ ਹੋਰ ਜਿਹੜੇ ਉਰਦੂ ਪਰਸ਼ੀਅਨ ਦੇ ਪ੍ਰੋਫੈਸਰ ਜਮੀਲ ਨੇ ਉਹਨਾਂ ਨੇ ਸਾਡੇ ਨਾਲ ਕਾਫੀ ਸਿਟਿੰਗ ਲਾਈਆਂ। ਮੇਰੇ ਵਿਦਿਆਰਥੀ ਨੇ ਡਾਕਟਰ ਗੁਰਦੇਵ ਸਿੰਘ, ਉਹ ਬੈਠੇ, ਔਰ ਮੇਰੇ ਵੱਡੇ ਬ੍ਰਦਰ ਡਾਕਟਰ ਬਚਿੱਤਰ ਸਿੰਘ ਜੀ ਜਿਹੜੇ ਪੰਜਾਬੀ ਦੇ ਪ੍ਰੋਫੈਸਰ ਨੇ, ਤੇ ਉਹਨਾਂ ਨੇ ਸਾਰੀ ਟੀਮ ਨੇ ਬੈਠ ਕੇ ਅਸੀਂ ਇਸ ਦੇ ਉੱਤੇ ਕਾਫੀ ਸਮਾਂ ਲਾਇਆ। ਪ੍ਰਵੇਸ਼ ਸ਼ਰਮਾ ਜੀ ਨੇ ਪਰਸ਼ੀਅਨ ਔਰ ਇਸ ਦੇ ਉਰਦੂ ਦੇ ਸਕਾਲਰ ਨੇ, ਔਰ ਡਾਕਟਰ ਕੋਮਲ ਚੁਗ ਹਿੰਦੀ ਦੇ ਨੇ। ਤਾਂ ਸਾਰਿਆਂ ਨੇ ਬੈਠ ਕੇ ਉਸ ਟੈਕਸਟ ਨੂੰ ਅਸੀਂ ਵੇਖਿਆ, ਵਾਚਿਆ, ਅਧਿਐਨ ਕੀਤਾ, ਫਿਰ ਇਹ ਟੈਕਸਟ ਤਿਆਰ ਕੀਤਾ। ਫਿਰ ਉਹਦੇ ਵਿੱਚੋਂ ਜਦੋਂ ਗਾਇਨ ਕੀਤਾ ਤਾਂ ਗਾਇਨ ਦੇ ਵਿੱਚ ਮੈਂ ਉਰਦੂ ਪਰਸ਼ੀਅਨ ਦੇ ਵਿੱਚ ਮੇਰੇ ਕੋਲੋਂ ਵੀ ਕਈ ਗਲਤੀਆਂ ਹੋਈਆਂ, ਤਾਂ ਫਿਰ ਉਸ ਟੀਮ ਨੇ ਬੈਠ ਕੇ ਜਿਹੜੇ ਸਾਡੇ ਪ੍ਰੋਫੈਸਰ ਸੀ ਉਹਨਾਂ ਨੇ ਫਿਰ ਬੈਠ ਕੇ ਉਹਨਾਂ ਨੂੰ ਬੜੀ ਸ਼ਿੱਦਤ ਦੇ ਨਾਲ, ਕਿਉਂਕਿ ਇਸ ਸਟੋਰੀ ਦੇ ਨਾਲ, ਇਸ ਗਾਥਾ ਦੇ ਨਾਲ ਅਸੀਂ ਭਾਵੁਕ ਤੌਰ ਤੇ ਸਾਰੇ ਜੁੜੇ ਹੋਏ ਹਾਂ, ਤਾਂ ਕਈ ਦਿਨ ਲਗਾ ਕੇ ਫਿਰ ਉਹਨਾਂ ਨੇ ਉਸ ਨੂੰ ਸੁਣਿਆ। ਫਿਰ ਉਸ ਤੋਂ ਬਾਅਦ ਫਿਰ ਉਸ ਦੀ ਕਰੈਕਸ਼ਨ ਹੋਈ, ਮੇਰਾ ਤਲੱਫਜ਼ ਠੀਕ ਕਰਾਇਆ, ਉਚਾਰਨ ਤੇ ਹੁਣ ਗਾਇਨ ਦੇ ਵਿੱਚ ਕਈ ਵਾਰੀ ਬਹੁਤ ਜ਼ਿਆਦਾ, ਕਿਉਂਕਿ ਹੁਣ ਆਪਾਂ ਪੰਜਾਬੀ ਦੇ ਹਿਸਾਬ ਦੇ ਨਾਲ ਕਰਦੇ ਹਾਂ, ਉਹ ਡਿਫਰੈਂਟ ਆ ਥੋੜਾ। ਸੋ ਉਹਨਾਂ ਨੇ ਬਹੁਤ ਮਿਹਨਤ ਕੀਤੀ। ਉਸ ਤੋਂ ਬਾਅਦ ਫਿਰ ਕਿਉਂਕਿ ਪੋਇਟਰੀ ਦੇ ਲਿਹਾਜ਼ ਦੇ ਨਾਲ ਵੀ, ਸ਼ਾਇਰੀ ਦੇ ਲਿਹਾਜ਼ ਨਾਲ ਬੜੀ ਉੱਤਮ ਜਿਹੜਾ ਹੈ ਕਾਵਿ ਹੈ ਔਰ ਲਿਖਤ ਹੈ, ਔਰ ਇਸ ਦੇ ਬਾਰੇ ਵਿੱਚ ਸਾਡੇ ਜਿਹੜੇ ਪਰਸ਼ੀਅਨ ਜਿਹੜੇ ਡਿਪਾਰਟਮੈਂਟਸ ਨੇ ਜਾਂ ਦੂਸਰੇ ਨੇ ਜਾਂ ਪੰਜਾਬੀ ਵਾਲਿਆਂ ਨੇ ਜਾਂ ਗੁਰਮੁਖੀ ਵਾਲਿਆਂ ਨੇ ਇਸ ਦੇ ਬਾਰੇ 'ਚ ਬਹੁਤ ਘੱਟ ਗੱਲ ਕੀਤੀ। ਜ਼ਿਆਦਾ ਗੱਲ ਹੋਣੀ ਚਾਹੀਦੀ ਸੀ, ਕਿਉਂਕਿ ਇੱਕ ਮੁਸਲਿਮ ਕਵੀ ਨੇ ਆਪਣੀ ਅਕੀਦਤ ਗੁਰੂ ਦਸਮ ਪਾਤਸ਼ਾਹ ਨੂੰ ਦਿੱਤੀ ਸੀ, ਤੇ ਬੜੀ ਵੱਡੀ ਗੱਲ ਸੀ, ਔਰ ਇਸ ਨੂੰ ਸੈਲੀਬ੍ਰੇਟ ਵੀ ਕਰਨਾ ਚਾਹੀਦਾ। ਸੋ ਇੱਥੇ ਡਾਕਟਰ ਸਾਹਿਬ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਜਿੱਦਾਂ ਸ਼ਹੀਦੀ ਪੰਦਰਵਾੜਾ ਚੱਲਦਾ ਆ, ਸ਼ਹਾਦਤ ਦੇ ਉਹ ਦਿਨ ਚੱਲਦੇ ਆ, ਮੁਸਲਮਾਨ ਹੀ ਸੀਗਾ ਉਹ ਬੰਦਾ, ਮੁਗਲ ਸਾਮਰਾਜ ਹੀ ਸੀਗਾ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ, ਮੁਸਲਮਾਨ ਹੀ ਇਹ ਬੰਦਾ ਆ ਜਿਸ ਨੇ ਇੰਨਾ ਜਿਹੜਾ ਸ਼ਿੱਦਤ ਦੇ ਨਾਲ ਉਹ ਸਾਰਾ ਕੁਝ ਲਿਖਿਆ। ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਮੈਂ ਤਾਂ ਦੇਖਦਾ ਕਿ ਮੈਂ ਤੇ ਚਲੋ ਉਹਨਾਂ ਦਾ ਨਾਮ ਉਹਨਾਂ ਦਾ ਜੋਗੀ ਅੱਲਾ ਯਾਰ ਖਾਂ ਸੀ, ਮੈਨੂੰ ਤਾਂ ਲੱਗਦਾ ਕਿ ਦਸਮ ਪਾਤਸ਼ਾਹ ਦਾ ਇੱਕ ਬੜਾ ਵੱਡਾ ਸਿੱਖ ਸੀ, ਤੇ ਗਨੀ ਖਾਨ, ਨਬੀ ਖਾਨ ਜਿਵੇਂ ਦਸਮ ਪਾਤਸ਼ਾਹ ਨੂੰ ਲੈ ਕੇ ਜਾਂਦੇ, ਬਹੁਤ ਸਾਰੇ ਮੁਸਲਿਮ ਲੋਕਾਂ ਨੇ ਗੁਰੂਆਂ ਦੀ ਸੇਵਾ ਕੀਤੀ ਹੈ, ਪੀਰ ਬੁੱਧੂ ਸ਼ਾਹ ਜੀ ਹੋਏ ਨੇ। ਤਾਂ ਮੈਂ ਤਾਂ ਇਸ ਨੂੰ ਵੀ ਇੱਕ ਸਿੱਖ ਤੇ ਸੇਵਕ ਹੋਣ ਦੀ ਉਸੇ ਕਤਾਰ 'ਚ ਹੀ ਵੇਖਦਾ, ਔਰ ਮੈਂ ਬੇਨਤੀ ਵੀ ਕੀਤੀ ਹੈ, ਕਿਉਂਕਿ ਇਹਦੇ ਬਾਰੇ ਇਹ ਵੀ ਆਮ ਗਾਥਾ ਪ੍ਰਚਲਿਤ ਹੈ ਕਿ ਜਦੋਂ ਇਹਨਾਂ ਨੇ ਦਸਮ ਪਾਤਸ਼ਾਹ ਦੀ ਇਹ ਸਾਰੀ ਜਿਹੜੀ ਗਾਥਾ ਹੈ ਸ਼ਾਇਰੀ ਵਿੱਚ ਲਿਖ ਦਿੱਤੀ, ਤੇ ਉਸ ਤੋਂ ਬਾਅਦ ਮੁਸਲਮਾਨ ਭਾਈਚਾਰੇ ਵੱਲੋਂ ਤੇ ਇਹਨੂੰ ਕਾਫਰ ਆਖਿਆ ਜਾਣ ਲੱਗ ਪਿਆ, ਐਲਾਨ ਦਿੱਤਾ ਗਿਆ, ਔਰ ਇਹਨਾਂ ਨੂੰ ਮਸੀਤੇ ਨਹੀਂ ਸੀ ਵੜਨ ਦਿੱਤਾ ਜਾਂਦਾ। ਔਰ ਫਿਰ ਜਦੋਂ ਇਹ ਬਿਰਧ ਹੋ ਗਏ ਤੇ ਫਿਰ ਇੱਕ ਕਹਿੰਦੇ ਨੇ ਕਿ ਇਹਨਾਂ ਦੇ ਕੋਲ ਇਹਨਾਂ ਦਾ ਦੋਸਤ ਕਾਜ਼ੀ ਆਇਆ, ਉਹ ਕਹਿੰਦਾ ਵੀ ਗੱਲ ਇਹ ਹੈ ਕਿ ਵੀ ਤੂੰ ਹੁਣ ਅੱਗੇ ਵੀ ਜਾਣਾ ਤੇ ਇੱਥੇ ਵੀ ਮੈਂ ਤੇਰੀ ਜਿਹੜੀ ਹੈ ਤੇਰੀ ਨਮਾਜ਼ ਤੇ ਸਾਰਾ ਕੁਝ ਕਰ, ਆਪਣੀ ਮਾਫੀ ਮੰਗ ਲੈ, ਤੇ ਤੂੰ ਵੀ ਕਾਫਰ ਨਾ ਜਾਈ। ਤੇ ਉਹ ਕਹਿੰਦਾ ਵੀ ਕਾਫਰ ਨਹੀਂ, ਕਹਿੰਦਾ ਕੋਈ ਨਹੀਂ, ਕਹਿੰਦਾ ਦਸਮ ਪਾਤਸ਼ਾਹ ਬੈਠਾ, ਕਹਿੰਦਾ ਮੇਰਾ ਉਹਨੇ ਆਪੇ ਕਹਿੰਦਾ ਮੈਨੂੰ ਛੁਡਾ ਲੈਣਾ, ਤੂੰ ਮੇਰਾ ਫਿਕਰ ਨਾ ਕਰ, ਤੂੰ ਮੇਰੀ ਨਮਾਜ਼ ਦੀ। ਇੰਨੇ ਭਿੱਜੇ ਹੋਏ ਸੀ ਗੁਰੂ ਦੇ ਮੂੰਹ ਦੇ ਵਿੱਚ। ਤਾਂ ਮੈਨੂੰ ਤੇ ਇਹ ਲੱਗਦਾ ਕਿ ਵੀ ਬਹੁਤ ਸੱਚੇ ਪਾਤਸ਼ਾਹ ਦੇ ਜਿਹੜੇ ਸੱਚੇ
ਸੇਵਕ ਤੇ ਸੱਚੇ ਸਿੱਖ ਸੀ ਜਿਨ੍ਹਾਂ ਨੇ ਉਸ ਸਾਰੀ ਸ਼ਹਾਦਤ ਨੂੰ ਆਤਮਸਾਤ ਕੀਤਾ, ਔਰ ਫਿਰ ਨਾ ਹੀ ਛੋਟੇ ਸਾਹਿਬਜ਼ਾਦੇ ਔਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ, ਔਰ ਉਸ ਤੋਂ ਵੀ ਇਹ ਤੇ ਗਾਥਾ ਤੇ ਹੈ ਹੀ ਹੈ, ਉਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਵੀ ਬਹੁਤ ਉੱਚ ਪਾਏ ਦੀ ਹੈ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਵੀ ਕਈ ਵਾਰੀ ਲਾ ਕੇ ਇਸ ਨੂੰ ਪੜ੍ਹ ਸਕਿਆ, ਗਾ ਸਕਿਆ, ਸੰਗੀਤਬੱਧ ਕਰ ਸਕਿਆ, ਗਾਇਨ ਕਰ ਜਦੋਂ ਸਕਿਆ। ਤੁਸੀਂ ਇਹ ਕਰ ਰਹੇ ਸੀਗੇ, ਤੁਸੀਂ ਦੱਸਿਆ ਵੀ ਬਹੁਤ ਹੀ ਵਿਰਾਗਮਈ, ਬਹੁਤ ਜਦੋਂ ਵੱਖਰਾ ਹੀ ਆਲਮ ਸੀ। ਜਦੋਂ ਤੁਸੀਂ ਗਾਉਂਦੇ ਆ ਤੇ ਉਦੋਂ ਕਿੱਦਾਂ ਦੀ ਤੁਹਾਡੇ ਆਪਣੇ ਮਨ ਦੇ ਅੰਦਰ ਕਿੱਦਾਂ ਦੀ ਫੀਲਿੰਗ, ਤੁਹਾਡੇ ਵੀ ਅੱਖਾਂ ਨਮ ਹੋ ਜਾਂਦੀਆਂ? ਮੇਰੇ ਬਹੁਤ, ਮੈਂ ਤੇ ਦੋ ਕੁ ਸਾਲ ਜਦੋਂ ਮੈਂ ਜਿੰਨੀ ਦੇਰ ਗਾਇਨ ਕਰਦਾ ਰਿਹਾ ਤਾਂ ਮੈਨੂੰ ਇਕਾਂਤ ਵਿੱਚ ਜਾਣਾ ਪਿਆ, ਔਰ ਇਸ ਨੂੰ ਕਿਉਂਕਿ ਕੰਪੋਜ਼ ਕਰਨਾ, ਰੋਜ਼ ਗਾਇਨ ਕਰਨਾ, ਰੋਜ਼ ਸਟੂਡੀਓ ਜਾ ਕੇ ਥੋੜਾ ਜਿਹਾ ਗਾਇਨ ਕਰਨਾ, ਔਰ ਫਿਰ ਜਦੋਂ ਗਾਇਨ ਕਰੀਦਾ ਸੀ ਤਾਂ ਅਕਸਰ ਭਾਵੁਕ ਹੋ ਜਾਈਦਾ ਸੀ, ਔਰ ਫਿਰ ਉਹ ਰਿਕਾਰਡਿੰਗ ਬੰਦ ਕਰਨੀ ਪੈਂਦੀ ਸੀ, ਫਿਰ ਨੈਕਸਟ ਡੇ ਜਾਓ, ਫਿਰ ਕਰੋ। ਇਸ ਤਰ੍ਹਾਂ ਦਾ ਇੱਕ ਸਿਲਸਿਲਾ ਲਗਾਤਾਰ ਨਿਰੰਤਰ ਕਈ ਮਹੀਨੇ ਚੱਲਦਾ ਰਿਹਾ। ਔਰ ਸਾਹਿਬਜ਼ਾਦਿਆਂ ਦੀ ਉਸ ਧਰਤੀ ਦੇ ਨਾਲ ਮੇਰਾ ਬਚਪਨ ਤੋਂ ਸੰਬੰਧ ਹੈ, ਔਰ ਮੈਂ ਤੇ ਉਸ ਧਰਤੀ ਦੇ ਜ਼ਰੇ ਜ਼ਰੇ ਨੂੰ ਜਿਹੜਾ ਹੈ ਵੇਖਿਆ। ਔਰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਹੁੰਦੇ ਨੇ, ਉਹਨਾਂ ਦਿਨ ਵਿੱਚ ਜਦੋਂ ਸੰਗਤ ਉੱਥੇ ਆਉਂਦੀ ਹੈ, ਉਹ ਸੰਗਤ ਦਾ ਵਿਰਾਗ ਵੀ ਵੇਖਿਆ। ਔਰ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਤੋਂ, ਅਸੀਂ ਤੇ ਹੁਣ ਦੇ ਦੌਰ ਵਿੱਚ ਹੋਏ ਆ, ਤਾਂ ਜੋਗੀ ਅੱਲਾ ਯਾਰ ਖਾਨ ਨੇ ਤਾਂ ਹੋਰ ਗੁਰੂ ਕਾਲ ਦੇ ਨਿਕਟ ਜਿਹੜਾ ਹੈ ਸਮਾਂ ਵੇਖਿਆ ਹੋਣਾ, ਤੇ ਉਹਨਾਂ ਨੇ ਜ਼ਿਆਦਾ ਉਸ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ। ਤੁਸੀਂ ਜਦੋਂ ਆਪਾਂ ਗੱਲ ਕਰ ਰਹੇ ਸੀ, ਇਸ ਤੋਂ ਪਹਿਲਾਂ ਗੱਲਬਾਤ ਇਹ ਵਾਲੀ ਕਰਨ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਵੀ ਜਦੋਂ ਜੋਗੀ ਅੱਲਾ ਯਾਰ ਖਾਨ ਜਾ ਰਹੇ ਸੀ, ਇਸ ਨੂੰ ਰੀਟਰੇਸ ਕਰ ਰਹੇ ਸੀ ਸਬਜੈਕਟ, ਤਾਂ ਇਹਨਾਂ ਨੇ ਕਿਹਾ ਵੀ ਮੈਨੂੰ ਤਾਂ ਇਹ ਸਟੋਰੀ ਇੱਧਰਲੇ ਪਾਸੇ ਨੂੰ ਲੈ ਕੇ ਜਾ ਰਹੀ, ਉਹ ਥੋੜਾ ਦੱਸੋ। ਉਹ ਸੀ ਕਿ ਉਹਨਾਂ ਨੂੰ ਚਮਕੌਰ ਸਾਹਿਬ ਦੀ ਸੰਗਤ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆ ਕੇ ਇੱਥੇ ਵੱਡੇ ਸਾਹਿਬਜ਼ਾਦਿਆਂ ਦੀ ਜਿਹੜਾ ਸ਼ਹੀਦੀ ਸਾਕਾ ਹੈ ਉਸ ਨੂੰ ਤੁਸੀਂ ਅੰਕਿਤ ਕਰੋ, ਆਪਣੀ ਸ਼ਾਇਰੀ ਵਿੱਚ ਲਿਖੋ। ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਮੇਰੇ ਕੋਲ ਲਿਖਿਆ ਜਾਣਾ, ਮੇਰੇ ਕੋਲ ਹਿਸਟੋਰੀਕਲ ਫੈਕਟ ਚਾਹੀਦੇ ਨੇ, ਤੇ ਮੈਂ ਤੇ ਆਪ ਉਹਨਾਂ ਥਾਵਾਂ ਤੇ ਜਾ ਕੇ ਆਪ ਆਪਣਾ ਜਿਹੜਾ ਹੈ ਇਤਿਹਾਸਕ ਤੱਥ ਜਿਹੜੇ ਨੇ ਉਹ ਕਲੈਕਟ ਕਰਾਂਗਾ, ਤੇ ਉਸ ਤੋਂ ਬਾਅਦ ਫਿਰ ਉਹਨੂੰ ਫੀਲ ਕਰਾਂਗਾ, ਫਿਰ ਮੈਂ ਦੇਖਾਂਗਾ ਮੇਰੇ ਤੋਂ ਲਿਖੀ ਜਾਂਦੀ ਹੈ ਕਿ ਕੀ। ਫਿਰ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਸ਼ੁਰੂ ਕੀਤਾ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਉੱਥੋਂ ਉਹ ਚੱਲੇ। ਫਿਰ ਉਹਨਾਂ ਨੇ ਸਾਰਾ, ਜਦੋਂ ਉਹ ਪਹੁੰਚਦੇ ਨੇ ਇੱਥੇ ਪਰਿਵਾਰ ਵਿਛੋੜਾ ਸਰਸਾ ਨਦੀ ਤੇ ਪਹੁੰਚਦੇ ਨੇ, ਤੇ ਉਸ ਤੋਂ ਬਾਅਦ ਉੱਥੇ ਦੀਵਾਨ ਸਜਦੇ ਨੇ, ਸਤਿਗੁਰੂ ਉੱਥੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ। ਤਾਰਿਆਂ ਦੀ ਛਾਂ ਵਿੱਚ ਅਨੰਦਪੁਰੀ ਛੱਡੀ ਸੀ, ਔਰ ਉਸ ਤੋਂ ਬਾਅਦ ਸਰਸਾ ਨਦੀ ਤੇ ਪਹੁੰਚ ਕੇ ਸਤਿਗੁਰਾਂ ਨੇ ਕਿਹਾ ਕਿ ਵੀ ਇੱਥੇ ਹੁਣ ਬੈਠ ਕੇ ਦੀਵਾਨ ਸਜਾਏ ਜਾਣ, ਵੀ ਆਸਾ ਦੀ ਵਾਰ ਦਾ ਥਾ ਸਰ ਪੇ ਵਕਤ ਆ ਗਿਆ, ਆਸਾ ਕੀ ਵਾਰ ਕਾ ਹੈ साजों की ज़ेरो बम का उतराहो चढ़ा का। तो ये ऐसी शायरी है। तो उत्थे दीवान सजाए, और देखो ਪਿੱਛੇ ਫੌਜ ਲੱਗੀ ਹੋਵੇ, ਜੰਗ ਯੁੱਧ ਦੇ ਵਿੱਚ ਦਸਮ ਪਾਤਸ਼ਾਹ ਜਿਹੜੇ ਨੇ ਉਹ ਨਿਤਨੇਮ ਕਰ ਰਹੇ ਨੇ, ਆਸਾ ਦੀ ਵਾਰ ਲਾ ਰਹੇ ਨੇ, ਔਰ ਬੰਦਗੀ ਵਿੱਚ ਜਿਹੜਾ ਹੈ ਬੈਠ ਰਹੇ ਨੇ, ਔਰ ਆਲੇ ਦੁਆਲੇ ਜਿਹੜੇ ਸਿੰਘ ਨੇ ਉਹਨਾਂ ਨੇ ਇੱਕ ਜਿਹੜਾ ਹੈ ਸੁਰੱਖਿਆ ਕਵਚ ਬਣਾ ਲਿਆ। ਤੇ ਪਰ ਫਿਰ ਵੀ ਜਦੋਂ ਮਹਿਵੇ ਬੰਦਗੀ ਸੱਚੇ ਪਾਤਸ਼ਾਹ ਹੋਏ ਸੀ ਤਾਂ ਪਿੱਛੋਂ ਆ ਕੇ ਸਾਰੇ ਦੁਸ਼ਮਣ ਟੁੱਟ ਕੇ ਪੈ ਗਏ। ਫਿਰ ਉੱਥੇ ਇੱਕ ਯੁੱਧ ਹੁੰਦਾ, ਉੱਥੇ ਲੜਾਈ ਹੁੰਦੀ ਹੈ, ਤੇ ਉਸ ਤੋਂ ਬਾਅਦ ਫਿਰ ਪਰਿਵਾਰ ਵਿਛੋੜਾ ਹੁੰਦਾ। ਤੇ ਉਹ ਪਰਿਵਾਰ ਵਿਛੋੜਾ ਜਦੋਂ ਵੇਖਿਆ ਤੇ ਅੱਲਾ ਯਾਰ ਖਾਂ ਜੋਗੀ ਦੇ ਬਾਰੇ ਵਿੱਚ ਇਹ ਆਮ ਪ੍ਰਚਲਿਤ ਹੈ, ਤੇ ਉਹਨਾਂ ਕਹਿੰਦੇ ਕਿ ਵੀ ਮੈਨੂੰ ਤੇ ਹੁਣ ਜਿਹੜੀ ਇਹ ਕਹਾਣੀ ਹੈ ਜਿਹੜੀ ਉਹ ਇੱਧਰ ਨੂੰ ਛੋਟੇ ਸਾਹਿਬਜ਼ਾਦਿਆਂ ਵੱਲ ਨੂੰ ਲੈ ਕੇ ਜਾਂਦੀ ਹੈ, ਕਿਉਂਕਿ ਮੈਨੂੰ ਤਾਂ ਲੱਗਦਾ ਕਿ ਬੱਚਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰੀ ਨਾਲ ਵਿਛੜ ਜਾਣਾ ਜਿਹੜਾ ਹੈ ਉਹ ਇੱਕ ਜਿਗਿਆਸਾ ਪੈਦਾ ਕਰਦਾ ਹੈ ਇੱਕ ਪਾਠਕ ਲਈ ਜਾਂ ਉੱਥੋਂ ਫਿਰ ਸ਼ਹੀਦਾਂ ਨੇ ਵਫਾ, ਉਹ ਫਿਰ ਉਧਰ ਨੂੰ ਛੋਟੇ ਸਾਹਿਬਜ਼ਾਦੇ ਕਹਿੰਦੇ ਹੁਣ ਮੈਂ ਪਹਿਲਾਂ ਇਹਨੂੰ ਦੇਖਦਾ, ਉਸ ਪਾਸੇ ਨੂੰ ਚੱਲ ਪਏ। ਗੰਗੂ ਜਿਹੜੇ ਬ੍ਰਾਹਮਣ ਨੇ ਉਹਨਾਂ ਦੇ ਸਥਾਨ ਦੇ ਉੱਤੇ ਉਸ ਪਾਸੇ ਨੂੰ ਚਲੇ ਗਏ। ਤਾਂ ਉਹਨਾਂ ਨੇ ਫਿਰ ਪਹਿਲਾਂ ਸ਼ਹੀਦਾਂ ਨੇ ਵਫਾ ਲਿਖੀ, ਫਿਰ ਉਹ ਗੰਜੇ ਸ਼ਹੀਦਾਂ ਵਾਲੇ ਪਾਸੇ ਨੂੰ ਫਿਰ। ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਸ਼ਿੱਦਤ ਦੇ ਨਾਲ ਸਮਝਿਆ, ਔਰ ਜਿਸ ਤਰ੍ਹਾਂ ਸੋਝਮਈ ਤਰੀਕੇ ਦੇ ਨਾਲ ਔਰ ਸੋਹਜਮਈ ਤਰੀਕੇ ਦੇ ਨਾਲ ਇਸ ਨੂੰ ਅੰਕਿਤ ਕੀਤਾ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਔਰ ਇਸ ਕਵੀ ਬਾਰੇ ਹੋਰ ਗੱਲ ਹੋਣੀ ਚਾਹੀਦੀ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕੀਤੀ ਸੀ ਕਿ ਜਿੱਥੇ ਤੁਸੀਂ ਹੋਰ ਸਥਾਨ ਬਣਾਉਂਦੇ ਹੋ, ਮਿਊਜ਼ੀਅਮ ਬਣਾਉਂਦੇ ਹੋ ਜਾਂ ਹੋਰ, ਤਾਂ ਇਹਨਾਂ ਦੀ ਵੀ ਤੁਸੀਂ ਇੱਕ ਯਾਦ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਉੱਤੇ ਬੁਲਾਓ। ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਦੋਂ
ਅਸੀਂ ਇਸ ਨੂੰ ਰਿਲੀਜ਼ ਕੀਤਾ ਸੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ। ਠੀਕ ਹੈ। ਤਾਂ ਉਸ ਵੇਲੇ ਉੱਥੇ ਅਸੀਂ ਜਿੰਨੇ ਵੀ ਹਾਜ਼ਰ ਸੀ ਸਾਰਿਆਂ ਨੇ ਇਹ ਮਤਾ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਕਿ ਇੱਥੇ ਸਥਾਨ ਸਮਾਰਕ ਬਣਾ ਕੇ ਸਿਲ ਦੇ ਉੱਪਰ ਇਹ ਸਾਰੀ ਪੋਇਟਰੀ ਜਿਹੜੀ ਹੈ ਅਸੀਂ ਲਿਖ ਦਈਏ ਔਰ ਸੰਗਤ ਇੱਕ ਪਾਸਿਓਂ ਆਵੇ ਔਰ ਇਹ ਸਾਰੀ ਗਾਥਾ ਨੂੰ ਪੜ੍ਹੇ। ਤੁਸੀਂ ਗਾਇਨਤਕਾਰੀ ਦਿੱਤੀ ਹੈ। ਤਾਂ ਐਸਾ ਕੋਈ ਸਮਾਰਕ ਬਣ ਜਾਏ ਤਾਂ ਕਿ ਸਦਾ ਸਦਾ ਦੇ ਲਈ ਸਾਡੀਆਂ ਜਿਹੜੀਆਂ ਉੱਥੇ ਹੁਣ ਸਾਡੇ ਕੋਲ, ਕਿਉਂਕਿ ਸਾਡੇ ਗੁਰੂ ਘਰਾਂ ਦਾ ਆਰਕੀਟੈਕਟ ਬਹੁਤ ਅੱਛਾ ਹੈ ਔਰ ਥੱਲੇ ਜਿਹੜੇ ਨੀਹਾਂ ਨੇ ਉਹਨਾਂ ਦੇ ਦਰਸ਼ਨ ਕਰਨ ਵੀ ਜਾਂਦੇ ਨੇ, ਜੋਤੀ ਸਰੂਪ ਸਾਹਿਬ ਵੀ ਸੰਗਤ ਜਾਂਦੀ ਹੈ। ਪਰ ਅਗਰ ਇਹ ਗਾਥਾ ਵੀ ਉੱਥੇ ਗਾਥਾ ਰੂਪ ਦੇ ਵਿੱਚ ਅੱਲਾ ਯਾਰ ਖਾਂ ਜੋਗੀ ਹੋਰਾਂ ਦੀ ਯਾਦ ਜਿਹੜੀ ਹੈ ਸਥਾਪਿਤ ਹੋ ਜਾਏ ਤੇ ਇਹ ਵੀ ਇੱਕ ਅੱਛੀ ਸ਼ਰਧਾਂਜਲੀ ਹੋਏਗੀ ਸਾਹਿਬਜ਼ਾਦਿਆਂ ਨੂੰ ਵੀ ਤੇ ਇਸ ਸ਼ਾਇਰ ਨੂੰ ਵੀ ਜਿਹਨੇ ਇੰਨਾ ਕਾਰਜ ਕੀਤਾ। ਵੀ ਤੁਸੀਂ ਅੱਗੇ ਵੱਧਦੇ ਜਾਓ, ਨਾਲ ਆਈਦਰ ਪੜ੍ਹ ਸਕੋ ਜਾਂ ਸੁਣ ਸਕੋ, ਤਾਂ ਫਿਰ ਇਤਿਹਾਸ ਦਾ ਵੀ ਪਤਾ ਲੱਗ ਜਾਂਦਾ ਆ ਤੇ ਬੰਦਾ ਉਸ ਮਾਹੌਲ ਦੇ ਵਿੱਚ, ਉਸ ਥਾਂ ਦੇ ਉੱਤੇ ਜਿਹੜਾ ਉਹ ਸਿੱਖੀ ਦੇ ਵਿੱਚ ਸਾਖੀਆਂ ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਸਾਰੇ ਹੀ ਰਾਗਾਂ ਦੇ ਵਿੱਚ ਕਰ ਦਿੱਤਾ। ਇਹ ਵੀ ਹੁਣ ਤੁਸੀਂ ਗਾ ਕੇ ਕਰ ਦਿੱਤਾ। ਅਕਸਰ ਡਾਕਟਰ ਸਾਹਿਬ ਇਹ ਹੁੰਦਾ ਵੀ ਜਦੋਂ ਕੋਈ ਮੂਵੀ ਬਣਾਉਣ ਲੱਗਦਾ ਜਾਂ ਕੁਛ ਕਰਨ ਲੱਗਦਾ ਆ, ਕੁਛ ਨਾ ਕੁਛ ਇਤਰਾਜ਼ ਹੁੰਦੇ ਨੇ, ਜੋ ਕਿ ਪੰਥ ਨੇ ਪਹਿਲਾਂ ਵੀ ਕਿਹਾ ਵੀ ਆਹ ਚੀਜ਼ ਹੋਣੀ ਚਾਹੀਦੀ, ਆਹ ਚੀਜ਼ ਨਹੀਂ ਹੋਣੀ ਚਾਹੀਦੀ। ਗਾਇਨ ਕਰਨ ਦੇ ਵਿੱਚ, ਬੋਲ ਕੇ ਦੱਸਣ ਦੇ ਵਿੱਚ, ਇਸ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਤਾਂ ਜਿੱਥੇ ਵੀ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ ਅਕਸਰ ਇਹਨਾਂ ਦਾ ਜ਼ਿਕਰ ਆਉਂਦਾ ਹੈ, ਇਹਨਾਂ ਦਾ ਦੱਸਿਆ ਜਾਂਦਾ ਆ। ਸੋ ਇਹ ਅੱਜ ਦੇ ਸਮੇਂ ਦੇ ਵਿੱਚ ਇਸ ਦੀ ਤੁਸੀਂ ਕੀ ਰੈਲੇਵੈਂਸ ਜਿਹੜੀ ਉਹ ਕੰਟੈਂਪਰਰੀ ਸਮੇਂ ਦੇ ਵਿੱਚ ਇਸ ਦੀ ਕਿੱਦਾਂ ਦੇਖਦੇ ਹੋ? ਬਹੁਤ ਅੱਛੀ ਤੁਸੀਂ ਗੱਲ ਕੀਤੀ ਹੈ। ਮੈਂ ਤੇ ਜਿਹੜੇ ਸਾਡੇ ਪ੍ਰਮਾਣਿਕ ਸਾਡੇ ਇਤਿਹਾਸਿਕ ਸਰੋਤ ਨੇ, ਪੰਥ ਪ੍ਰਵਾਨਿਤ, ਮੈਨੂੰ ਲੱਗਦਾ ਹੈ ਕਿ ਸਾਨੂੰ ਉਹਨਾਂ ਨੂੰ ਜ਼ਿਆਦਾ ਹਾਈਲਾਈਟ ਕਰਨਾ ਚਾਹੀਦਾ ਔਰ ਉਹਨਾਂ ਵਿੱਚ ਜਿਹੜੇ ਗੁਰਮਤ ਅਨੁਸਾਰੀ ਤੱਥ ਨੇ ਹੈ ਉਹ ਸਾਨੂੰ ਰੱਖ ਲੈਣੇ ਚਾਹੀਦੇ ਨੇ। ਜੇ ਕਿਤੇ ਕੋਈ ਸਾਨੂੰ ਲੱਗਦਾ ਹੈ ਕਿ ਕੋਈ ਗੁਰਮਤ ਅਨੁਸਾਰ ਉਹ ਗੱਲ ਸਹੀ ਨਹੀਂ ਜਾਪਦੀ, ਉਸ ਨੂੰ ਅਸੀਂ ਉਹਦੇ ਬਾਰੇ ਖਾਮੋਸ਼ ਹੋ ਜਾਈਏ। ਤਾਂ ਇਹਦੇ ਨਾਲ ਕੀ ਹੋਏਗਾ ਕਿ ਸਾਡੇ ਪੰਥ ਦੇ ਕੋਲ ਜਦੋਂ ਵੀ ਅਸੀਂ ਕੋਈ ਨਵੇਂ ਈਡੀਅਮ 'ਚ ਕੋਈ ਗੱਲ ਕਰਨੀ ਹੈ ਤਾਂ ਸਾਡੇ ਕੋਲ ਜਿਹੜੇ ਪ੍ਰਮਾਣਿਕ ਸਰੋਤ ਨੇ ਉਹਨਾਂ ਦਾ ਇੱਕ ਆਧਾਰ ਹੋਏਗਾ। ਅਸੀਂ ਸ਼ਹੀਦਾਂ ਨੇ ਵਫਾ ਗਾਈਏ, ਇਸੇ ਤਰ੍ਹਾਂ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਔਰ ਹੋਰ ਪੁਰਾਤਨ ਜਨਮ ਸਾਖੀਆਂ ਨੇ। ਤਾਂ ਜਿੰਨੇ ਵੀ ਸਾਡੇ ਇਤਿਹਾਸਿਕ ਸਰੋਤ ਨੇ ਉਹਨਾਂ ਨੂੰ ਅਗਰ ਬੋਲ ਕੇ ਅਸੀਂ ਅਗਰ ਸਾਰਿਆਂ ਦੇ ਸਨਮੁਖ ਰੱਖ ਦਈਏ, ਉਚਾਰ ਦੇ ਰੂਪ ਵਿੱਚ ਰੱਖ ਦਈਏ, ਗਾਇਨ ਦੇ ਰੂਪ ਵਿੱਚ ਰੱਖ ਦਈਏ ਤੇ ਇੱਕ ਬੜੀ ਵੱਡੀ ਸੇਵਾ ਹੋਏਗੀ। ਕਿਉਂਕਿ ਹੁਣ ਪੁਸਤਕ ਤੇ ਸਾਰੇ ਪੜ੍ਹਦੇ ਨਹੀਂ ਔਰ ਗੁਰੂ ਘਰਾਂ ਦੇ ਵਿੱਚ ਹੁਣ ਬਹੁਤ ਘੱਟ ਕਥਾ ਵੀ ਬਹੁਤ ਇਤਿਹਾਸਿਕ ਸਰੋਤਾਂ ਦੀ ਘੱਟ ਹੁੰਦੀ ਪਈ ਆ। ਤਾਂ ਅਗਰ ਸਾਡੇ ਪ੍ਰੀਚਰ ਜਿਹੜੇ ਨੇ ਉਹ ਬੋਲ ਰਹੇ ਨੇ ਤਾਂ ਉਹ ਆਪਣੀ ਜੋ ਵਿਦਵਤਾ ਹੈ ਉਸ ਦੇ ਅਨੁਸਾਰ ਹੀ ਹੋ ਕੇ ਉਹ ਜ਼ਿਆਦਾ ਗੱਲਬਾਤ ਕਰਦੇ ਨੇ। ਪਰ ਜਿਹੜੇ ਪੰਥ ਪ੍ਰਵਾਨਿਤ ਸਰੋਤ ਨੇ ਉਹਨਾਂ ਦਾ ਇੱਕ ਜਿਹੜਾ ਸਮੁੱਚ ਦੇ ਰੂਪ ਵਿੱਚ ਪੰਥ ਦੇ ਸਾਹਮਣੇ ਜਿਹੜਾ ਹੈ ਇਹ ਡਾਕਟਰ ਸਾਹਿਬ ਤੁਹਾਡੇ ਹਿਸਾਬ ਦੇ ਨਾਲ ਇਹ ਜ਼ਿੰਮੇਵਾਰੀ ਹਰ ਇੱਕ ਸਿੱਖ ਦੇ ਨਾਲ ਜਿੱਦਾਂ ਸਿਰਮੌਰ ਜਥੇਬੰਦੀਆਂ ਨੇ, ਆਪਣੇ ਕੋਲ ਸੰਸਥਾਵਾਂ ਨੇ, ਇਹ ਕਿਹਨਾਂ ਨੂੰ ਟੀਚਾ ਆਰੰਭ ਕਰਨਾ ਚਾਹੀਦਾ? ਹਾਂਜੀ, ਉਹਨਾਂ ਨੂੰ ਤਾਂ ਕਰਨਾ ਹੀ ਚਾਹੀਦਾ। ਦੇਖੋ ਹੁਣ ਹਰ ਵਾਰੀ ਫਿਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਨੂੰ ਹੀ ਸਨਮੁਖ ਹੁੰਦੇ ਹਾਂ ਕਿ ਉਹਨਾਂ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਇਹਨਾਂ ਸਾਰੇ ਸਰੋਤਾਂ ਨੂੰ ਪਰ ਸਾਡੀਆਂ ਜਿਹੜੀਆਂ ਬਾਕੀ ਪੰਥਕ ਸੰਸਥਾਵਾਂ ਵੀ ਨੇ ਉਹਨਾਂ ਦੀ ਵੀ ਉਨੀ ਹੀ ਜ਼ਿੰਮੇਵਾਰੀ। ਇਹ ਪ੍ਰੋਜੈਕਟ ਹੁਣ ਅਸੀਂ ਆਪ ਕੀਤਾ ਪਰ ਅਸੀਂ ਪੰਥ ਦੀ ਜਿਹੜੀ ਸਰਪ੍ਰਸਤੀ ਲੈ ਕੇ ਕੀਤਾ ਹੈ ਔਰ ਪੰਥਕ ਸਫਾਂ ਦੇ ਵਿੱਚ ਕੀਤਾ ਹੈ। ਇਹ ਇੰਡੀਵਿਜੂਅਲ ਪ੍ਰੋਜੈਕਟ ਵੀ ਜਦੋਂ ਅਸੀਂ ਕਰਦੇ, ਮੈਂ ਇੱਥੇ ਵੀ ਕਹਾਂਗਾ, ਇੱਥੇ ਵੀ ਮੈਨੂੰ ਬਹੁਤ ਸਾਰੇ ਜਿਹੜੇ ਸੇਵਕ ਜਿਹੜੇ ਨੇ ਗੁਰਮਤ ਦੇ ਔਰ ਗੁਰਬਾਣੀ ਦੇ ਮਿਲਦੇ ਨੇ ਕਿ ਜੀ ਅਸੀਂ ਪ੍ਰੋਜੈਕਟ ਕਰ ਰਹੇ ਹਾਂ, ਅਸੀਂ ਟ੍ਰਾਂਸਲੇਸ਼ਨ ਕਰ ਰਹੇ ਹਾਂ, ਆਹ ਕੰਮ ਕਰ ਰਹੇ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਪ੍ਰੋਜੈਕਟ ਕਰੋ, ਪਰ ਜਦੋਂ ਵੀ ਕੋਈ ਪ੍ਰੋਜੈਕਟ ਕਰਦੇ ਹੋ ਤਾਂ ਉਸ ਦੇ ਲਈ ਜਿਹੜੀ ਪੰਥਕ ਤੌਰ 'ਤੇ ਉਹਦੀ ਪ੍ਰਵਾਨਿਤਾ ਜਿਹੜੀ ਹੈ ਉਹ ਜ਼ਰੂਰੀ ਹੈ। ਪ੍ਰਮਾਣਿਕਤਾ ਵੀ ਚੈੱਕ ਕਰੋ ਔਰ ਫਿਰ ਆਪਣੀ ਐਕਸਪਰਟੀਜ਼ ਵੀ ਦੇਖੋ ਕਿ ਤੁਸੀਂ ਕੀ ਅਨੁਵਾਦ ਕਰਨ ਦੇ ਤੁਸੀਂ ਕਾਬਿਲ ਹੋ। ਹਾਂਜੀ, ਕਿ ਜੇ ਮੈਂ ਇਹ ਪ੍ਰੋਜੈਕਟ ਕੀਤਾ ਤਾਂ ਮੈਂ ਤਾਂ ਕੇਵਲ ਗਾਇਨ ਦੇ ਪੱਖੋਂ ਕੀਤਾ ਕਿਉਂਕਿ ਸੰਗੀਤ ਵਿੱਚ ਮੇਰੀ ਥੋੜ੍ਹੀ ਬਹੁਤੀ ਮੁਹਾਰਤ ਹੈ ਜਾਂ ਮੈਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ।
ਸੋ ਸਾਨੂੰ ਇਹ ਵੇਖ ਲੈਣਾ ਚਾਹੀਦਾ। ਔਰ ਉਹਦੇ ਲਈ ਮੈਂ ਫਿਰ ਉਹੀ ਜਿਹੜੀ ਤੁਸੀਂ ਗੱਲ ਬੜੀ ਅੱਛਾ ਨੁਕਤਾ ਤੁਸੀਂ ਉਠਾਇਆ ਕਿ ਜਿਹੜੇ ਸਾਡੇ ਇਤਿਹਾਸਿਕ ਪ੍ਰਮਾਣਿਕ ਸਰੋਤ ਨੇ ਸਾਨੂੰ ਉਹਨਾਂ ਨੂੰ ਹੁਣ ਪੁਨਰ ਪ੍ਰਕਾਸ਼ਿਤ ਕਰਕੇ ਸਾਰਿਆਂ ਦੇ ਸਾਹਮਣੇ ਮੁੱਖ ਲਿਆਉਣਾ ਚਾਹੀਦਾ। ਉਹਦੇ ਨਾਲ ਜਿਹੜੇ ਕੋਈ ਵੀ ਕਾਰਜ ਕਰਨ ਵਾਲਾ ਨਵੇਂ ਈਡੀਅਮ ਦੇ ਵਿੱਚ, ਚਾਹੇ ਫਿਲਮ ਦੇ ਈਡੀਅਮ ਵਿੱਚ ਜਾਂ ਹੋਰ ਕਿਸੇ ਈਡੀਅਮ ਦੇ ਵਿੱਚ, ਮਿਊਜ਼ਿਕ ਦੇ ਈਡੀਅਮ ਦੇ ਵਿੱਚ, ਤਾਂ ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਬੜੀ ਸਹਾਇਤਾ ਵੀ ਮਿਲੇਗੀ ਔਰ ਸਾਡੇ ਜਿਹੜੇ ਪੰਥ ਪ੍ਰਵਾਨਿਕ ਸਰੋਤ ਨੇ ਉਹ ਵੀ ਸੁਰੱਖਿਅਤ ਹੋ ਜਾਣਗੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ। ਇਹ ਅਗਰ ਕਾਰਜ ਅਸੀਂ ਇਸ ਤਰ੍ਹਾਂ ਕਰੀਏ, ਬਾਕੀ ਬਹੁਤ ਅੱਛੀ ਗੱਲ ਹੈ। ਅਸੀਂ ਅਖੰਡ ਪਾਠ ਸਾਹਿਬ ਰਖਾਉਂਦੇ ਹਾਂ, ਅਸੀਂ ਉਸ 'ਤੇ ਲੰਗਰ ਵੀ ਲਗਾਉਂਦੇ ਹਾਂ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਵੀ ਕਰਦੇ ਹਾਂ। ਪਰ ਮੈਂ ਗੁਰੂ ਘਰਾਂ ਨੂੰ ਕਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਇਸ ਪ੍ਰੋਜੈਕਟ ਨੂੰ ਹੁੰਗਾਰਾ ਦਿੱਤਾ, ਤੁਸੀਂ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਇਹਨੂੰ ਵਿਖਾ ਰਹੇ ਹੋ, ਪੁਸਤਕ ਨੂੰ ਤੁਸੀਂ ਸੰਗਤਾਂ ਦੇ ਵਿੱਚ ਵੰਡ ਰਹੇ ਹੋ, ਇਸ ਤਰ੍ਹਾਂ ਹੀ ਸਾਰੇ ਜਿਹੜੇ ਪ੍ਰੋਜੈਕਟ ਨੇ, ਹੋਰ ਪ੍ਰੋਜੈਕਟ ਜਿਹੜੇ ਲੋਕ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਉਤਸ਼ਾਹਿਤ ਕਰੋ ਤਾਂ ਕਿ ਅਸੀਂ ਵੱਧ ਤੋਂ ਵੱਧ ਸਿੱਖੀ ਦਾ ਜਿਹੜਾ ਪ੍ਰਚਾਰ ਹੈ ਉਹ ਸੰਗਤ ਦੇ ਵਿੱਚ ਕਰ ਸਕੀਏ। ਅਜੇ ਤੱਕ ਤਾਂ ਜਿਹੜਾ ਗੁਰੂ ਕਾਲ ਦੇ ਜਿਹੜੇ ਨੇੜੇ ਦਾ ਜਿਹੜਾ ਪੀਰੀਅਡ ਹੈ ਉਸ ਨੂੰ ਵੀ ਸਾਨੂੰ ਸੰਗਤਾਂ ਨੂੰ ਭਲੀ ਭਾਂਤ ਦੱਸਣ ਦੀ ਜ਼ਰੂਰਤ ਹੈ। ਆਹ ਸ਼ਹੀਦੀ ਦਿਨਾਂ ਵਿੱਚ ਤਾਂ ਅਗਰ ਅਸੀਂ ਇਹ ਸਾਰੀ ਗਾਥਾ ਨੂੰ ਅਸੀਂ ਦੁਬਾਰਾ ਬਾਰ-ਬਾਰ ਰਿਪੀਟ ਕਰੀਏ ਔਰ ਆਪਣੀਆਂ ਜਨਰੇਸ਼ਨਸ ਨੂੰ ਦੱਸੀਏ ਤੇ ਇੱਕ ਵੱਡਾ ਜਿਹੜਾ ਸਿੱਖੀ ਦੀ ਸੇਵਾ ਹੈ ਉਹ ਅਸੀਂ ਕਰਕੇ ਆਪਣੇ ਬੱਚਿਆਂ ਦੇ ਵਿੱਚ ਜਿਹੜਾ ਹੈ ਸਿੱਖੀ ਦਾ ਪ੍ਰਵੇਸ਼ ਤੇ ਇੰਬਾਈਬ ਕਰ ਰਹੇ ਹੋਵਾਂਗੇ ਉਸ। ਸੋ ਆਪਾਂ ਹੁਣ ਦੇਖਦੇ ਜਿੱਦਾਂ ਪੋਹ ਦਾ ਮਹੀਨਾ ਆ, ਉਹੀ ਸ਼ਹੀਦੀ ਦੇ ਦਿਨ। ਅੱਜ ਵੀ ਬਹੁਤ ਸਾਰੇ ਅਜਿਹੇ ਪਰਿਵਾਰ, ਅਜਿਹੇ ਲੋਕ ਨੇ ਜਿਹੜੇ ਕਹਿੰਦੇ ਵੀ ਅਸੀਂ ਉੱਤੇ ਨਹੀਂ ਸੌਣਾ, ਵੀ ਆਪਾਂ ਥੱਲੇ ਹੀ ਜ਼ਮੀਨ ਤੇ ਜਿਹੜਾ ਉਹ ਸੌਣਾ ਆ। ਉਹ ਕਿਤੇ ਆਪਾਂ ਭੁੱਲ ਨਾ ਜਾਈਏ ਉਹ ਕਿਉਂ ਸੀ, ਇਹਨਾਂ ਦਿਨਾਂ ਕਰਕੇ ਸੀ। ਕੀ ਇਹ ਚੀਜ਼ਾਂ ਸੀ, ਕੀ ਇਹ ਆਪਣਾ ਗੁਰੂ ਦਾ ਇਤਿਹਾਸ ਆ, ਕੀ ਇਹ ਸਾਰੀਆਂ ਚੀਜ਼ਾਂ ਆ ਜਿਹੜੀਆਂ ਲਿਖ ਦਿੱਤੀਆਂ ਗਈਆਂ, ਜਿਹੜੀਆਂ ਦੱਸੀਆਂ ਜਾ ਰਹੀਆਂ ਆ। ਸੋ ਕੋਸ਼ਿਸ਼ ਡਾਕਟਰ ਸਾਹਿਬ ਦੀ ਇਹੀ ਆ ਵੀ ਉਹ ਜਿਸ ਤਰੀਕੇ ਨਾਲ ਲਿਖਿਆ ਵੀ ਉਸ ਭਾਵਨਾ ਦੇ ਨਾਲ ਤੁਹਾਡੇ ਤੱਕ ਉਹ ਪਹੁੰਚ ਸਕੇ, ਤਾਂ ਜੋ ਆਪਾਂ ਵੀ ਉਹ ਚੀਜ਼ਾਂ ਨੂੰ ਮਹਿਸੂਸ ਕਰ ਸਕੀਏ ਜੋ ਉਸ ਟਾਈਮ ਦੇ ਉੱਤੇ ਇਤਿਹਾਸ ਦੇ ਵਿੱਚ ਇਹ ਵਾਪਰ ਰਹੀਆਂ ਸੀਗੀਆਂ। ਸੋ ਡਾਕਟਰ ਸਾਹਿਬ, ਜਦੋਂ ਤੁਸੀਂ ਇਸ ਨੂੰ ਗਾਇਨ ਕਰਨ ਦਾ ਪ੍ਰੋਸੈਸ ਸ਼ੁਰੂ ਕੀਤਾ, ਪਹਿਲੋਂ ਇਕੱਠਿਆ ਕੀਤਾ, ਫਿਰ ਇਹਦਾ ਸਕੇਲ ਜਾਂ ਉਹ ਸਾਰੀਆਂ ਚੀਜ਼ਾਂ ਆ ਉਹ ਫਿਰ ਕਿੱਦਾਂ ਆਧਾਰਿਤ? ਹੁਣ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹ ਤਾਂ ਰਾਗਾਂ 'ਚ ਉਹਨਾਂ ਨੇ ਦੱਸਿਆ ਵੀ ਆਹ ਜਿਹੜੀ ਬਾਣੀ ਆ ਆਹ ਰਾਗ ਦੇ ਵਿੱਚ ਆ, ਇਹਦਾ ਕਿੱਦਾਂ ਡਿਸਾਈਡ ਕੀਤਾ ਗਿਆ? ਇੱਕ ਤੇ ਜਿਸ ਸ਼ਾਇਰੀ ਜਿੱਧਰ ਨੂੰ ਮੈਨੂੰ ਲੈ ਕੇ ਗਈ, ਜਿਸ ਤਰ੍ਹਾਂ ਦਾ ਬਾਰ-ਬਾਰ ਅਸੀਂ ਪਾਠ ਕੀਤਾ, ਇਹਨੂੰ ਅਨੁਭਵ ਕੀਤਾ, ਇੱਕ ਤੇ ਹੋਇਆ ਕਿ ਉਹ ਜੋ ਇਲਹਾਮ ਹੋਇਆ ਸੰਗੀਤ ਉਸੇ ਤਰ੍ਹਾਂ ਹੀ ਇਸ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਗਈ। ਠੀਕ ਹੈ। ਦੂਸਰਾ ਹੈ ਕਿ ਮੈਂ ਥੋੜ੍ਹਾ ਰਾਜ਼ ਵੀ ਰੱਖਣਾ ਚਾਹੁੰਦਾ ਕਿ ਇਹਨੂੰ ਸੁਣਿਓ ਜ਼ਰੂਰ, ਫਿਰ ਦੇਖਣਾ ਕਿ ਇਹਦਾ ਸੰਗੀਤ ਤੇ ਗਾਇਨ ਤੁਹਾਨੂੰ ਕੈਸਾ ਲੱਗਦਾ ਹੈ। ਠੀਕ ਹੈ। ਬਾਕੀ ਕੋਸ਼ਿਸ਼ ਹੈ ਕਿ ਮੇਰੀ ਗਾਇਕੀ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰਾਗ ਨੇ ਉਹਨਾਂ ਦਾ ਪ੍ਰਭਾਵ ਹੀ ਜ਼ਿਆਦਾ ਰਹਿਣਾ। ਤੋ ਉਹਨਾਂ ਦਾ ਹੀ ਜ਼ਿਆਦਾ ਪ੍ਰਭਾਵ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਰਿਹਾ ਔਰ ਗੁਰਮਤਿ ਗਾਇਕੀ ਦਾ ਰਿਹਾ। ਤੇ ਉਸੇ ਦੇ ਵਿੱਚ ਹੀ, ਕਿਉਂਕਿ ਉਸੇ ਕੰਟੀਨਿਊਟੀ ਦੇ ਵਿੱਚ ਹੀ ਜਿਹੜਾ ਗੁਰਮਤਿ ਸੰਗੀਤ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੇ ਰਾਗ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਸ਼ੈਲੀਆਂ ਨੇ, ਉਸੇ ਨਿਰੰਤਰਤਾ ਦੇ ਵਿੱਚ ਹੀ ਇਹ ਗਾਇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਇਹ ਵੀ ਗੁਰੂ ਪਾਤਸ਼ਾਹ ਨੂੰ ਸੱਚੀ ਸ਼ਰਧਾਂਜਲੀ ਹੈ ਤੇ ਗੁਰੂ ਨੂੰ ਜਿਹੜਾ ਸੰਗੀਤ ਅੱਛਾ ਲੱਗਦਾ, ਮੌਸੀਕੀ ਅੱਛੀ ਲੱਗਦੀ ਹੈ, ਉਸੇ ਵਿੱਚ ਹੀ ਅਰਪਿਤ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਕਿੱਥੇ ਸੁਣੀ ਜਾ ਸਕਦੀ ਹੈ, ਕਿੱਥੇ ਤੁਹਾਡੀ ਜਿਹੜੀ ਦਸਤਾਵੇਜ਼ੀ ਹੈ ਕਿੱਥੇ ਦੇਖੀ ਜਾ ਸਕਦੀ ਹੈ? ਇਸ ਨੂੰ ਇੱਕ ਤਾਂ ਹੈ ਜੀ ਕਿ ਇਸ ਦੇ ਉੱਤੇ ਬਾਰਕੋਡ ਲੱਗਿਆ, ਤਾਂ ਇਸ ਤੋਂ ਤੁਸੀਂ 1 ਘੰਟੇ ਦੀ ਜਿਹੜੀ ਡਾਕੂਮੈਂਟਰੀ ਫਿਲਮ ਹੈ, ਸੰਗੀਤਮਈ ਡਾਕੂਮੈਂਟਰੀ ਫਿਲਮ, ਉਸ ਨੂੰ ਸੁਣ ਸਕਦੇ ਹੋ ਕੋਈ ਵੀ। ਮੈਂ ਚਾਹਾਂਗਾ ਕਿ ਤੁਸੀਂ ਇਹਨੂੰ ਮੈਕਸਿਮਮ ਫਾਰਵਰਡ ਵੀ ਕਰੋ ਤਾਂ ਕਿ ਸਾਰੇ ਇਸ ਨੂੰ ਸੁਣ ਲੈਣ ਇਹਨਾਂ ਦਿਨਾਂ ਵਿੱਚ। ਔਰ ਫਿਰ ਇਸ ਤੋਂ ਬਾਅਦ ਅਗਲੇ ਸਾਲ ਅਸੀਂ ਇਸ ਦੀ ਜਿਹੜੀ ਫੁੱਲ ਵਰਜ਼ਨ ਹੈ ਉਹ ਵੀ ਅਸੀਂ ਆਡੀਓ ਰਿਲੀਜ਼ ਕਰ ਰਹੇ ਹਾਂ ਤਾਂ ਕਿ ਤੁਸੀਂ ਲੌਂਗ ਟਰੈਵਲਿੰਗ ਦੇ ਵਿੱਚ ਉਸ ਨੂੰ ਸੁਣ ਸਕੋ, ਆਪਣੇ ਘਰ ਵਿੱਚ ਸੁਣ ਸਕੋ। ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਆਪਣੇ ਘਰ ਦੇ ਵਿੱਚ ਇਸ ਨੂੰ ਤੁਸੀਂ ਲਗਾ ਕੇ ਆਪਣੇ ਬੱਚਿਆਂ 'ਚ ਬੈਠ ਕੇ ਜ਼ਰੂਰ ਵੇਖੋ, ਸੰਗਤ ਸਾਰੀ ਵੇਖੇ ਔਰ ਗਰੁੱਪਸ ਵਿੱਚ ਆਪਾਂ ਦੇਖੀਏ। ਔਰ ਜਿਹੜੇ ਸ਼ੋਅ ਰੱਖ ਰਹੇ ਨੇ ਇਸ 'ਤੇ, ਉਹਨਾਂ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਸ ਦੇ ਸ਼ੋਅ ਰੱਖ ਕੇ ਸਾਰੀ ਸੰਗਤ ਨੂੰ ਉਹ ਵਿਖਾ ਰਹੇ ਨੇ। ਸੋ ਕਿੱਥੇ ਕਿੱਥੇ ਡਾਕਟਰ ਸਾਹਿਬ ਜਿਹੜੇ ਸ਼ੋਅਜ਼ ਦੇ ਬਾਰੇ ਜੇ ਤੁਹਾਨੂੰ ਕੁਛ ਆਈਡੀਆ ਆ, ਜਾਂ ਜੇ ਕਿਸੇ ਨੇ ਚਾਹੁੰਦੇ ਕੋਈ ਗੁਰੂ ਘਰ? ਹਾਂ, ਗੁਰਦੁਆਰਾ ਸਾਹਿਬ ਸੈਨ ਹੋਜ਼ੇ ਹੈ ਜੀ, ਉਹ 23 ਤਾਰੀਖ ਨੂੰ ਸ਼ਾਮੀ 7 ਵਜੇ ਉੱਥੇ ਮੇਨ ਹਾਲ ਦੇ ਵਿੱਚ ਉੱਥੇ ਵਿਖਾ ਰਹੇ ਨੇ। ਔਰ ਉੱਥੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਕੈਲੀਫੋਰਨੀਆ ਦੀ ਜਿਹੜੀ ਸੁਸਾਇਟੀ ਹੈ ਉਹ ਸਾਰੇ ਵੀਰ ਇਕੱਠੇ ਹੋ ਕੇ ਉੱਥੇ ਪਹੁੰਚ ਰਹੇ ਨੇ। ਔਰ ਇਸ ਤਰ੍ਹਾਂ ਹੀ ਹੇਵਰਡ ਦੇ ਵਿੱਚ ਵੀ ਉੱਥੇ ਦੇ ਗੁਰੂ ਘਰ ਨੇ ਇਸ ਦਾ ਸ਼ੋਅ ਰੱਖਿਆ, ਸਟਾਕਟਨ ਵਿੱਚ ਵੀ ਸ਼ੋਅ ਰੱਖਿਆ। ਇਹ ਐਤਵਾਰ ਨੂੰ ਸ਼ੋਅ ਹੋ ਰਹੇ ਨੇ। ਲੀਵਰਮੋਰ ਦੇ ਗੁਰੂ ਘਰ ਨੇ ਵੀ 24 ਤਾਰੀਖ ਨੂੰ ਆਪਣਾ ਸ਼ੋਅ ਰੱਖਿਆ।
ਤਾਂ ਸਾਰੇ ਗੁਰੂ ਘਰ ਆਪੋ ਆਪਣੀ ਸੁਵਿਧਾ ਦੇ ਮੁਤਾਬਕ ਵਿਖਾ ਰਹੇ ਨੇ। ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਚਾਹੇ ਸ਼ਹੀਦਾਂ ਨੇ ਵਫਾ, ਇਸ ਤੋਂ ਬਾਅਦ ਜਿੰਨੇ ਗੰਜੇ ਸ਼ਹੀਦਾਂ ਜਾਂ ਹੋਰ ਵੀ ਪ੍ਰੋਜੈਕਟ ਅਸੀਂ ਕਰਾਂਗੇ, ਤੁਸੀਂ ਸਾਰਿਆਂ ਨੂੰ ਸਰਪ੍ਰਸਤੀ ਦਿਓ ਔਰ ਆਪਣੇ ਬੱਚਿਆਂ ਨੂੰ ਤੁਸੀਂ ਜ਼ਰੂਰ ਇੱਕ ਵਾਰੀ ਇਹ ਸੁਣਾਓ ਤਾਂ ਕਿ ਉਹ ਇਸ ਇਤਿਹਾਸ ਨਾਲ ਜੁੜ ਸਕਣ। ਡਾਕਟਰ ਸਾਹਿਬ, ਤੁਸੀਂ ਗੁਰਮਤਿ ਸੰਗੀਤ ਦੇ ਵਿੱਚ ਮਾਹਰ ਆ, ਤੁਸੀਂ ਉਹ ਜ਼ਿਆਦਾ ਗਾਇਨ ਕਰਦੇ ਆ। ਅੱਜ ਦੇ ਯੁੱਗ ਦੇ ਵਿੱਚ ਇਹ ਤਾਂ ਆਪਣੀ ਪ੍ਰਮਾਣਿਤ ਚੀਜ਼ ਆ। ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਜਿਹੜੇ ਕਵੀ ਜਾਂ ਗਾਇਕ ਉਹ ਵੀ ਸਾਹਿਬਜ਼ਾਦਿਆਂ ਦੇ ਉੱਤੇ ਜਾਂ ਪੰਥਕ ਚੀਜ਼ਾਂ ਦੇ ਉੱਤੇ ਅਕਸਰ ਗਾਉਂਦੇ ਨੇ, ਤੁਹਾਨੂੰ ਉਹ ਕਿੱਦਾਂ ਲੱਗਦਾ ਹੈ? ਠੀਕ ਹੈ, ਉਹਨਾਂ ਦੇ ਆਪਣੇ ਅਨੁਭਵ ਨੇ ਅਤੇ ਉਹਨਾਂ ਦੇ ਆਪਣੇ ਭਾਵ ਨੇ, ਪਰ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਇਹੀ ਕਰੂੰਗਾ ਕਿ ਕੋਈ ਵੀ ਪੰਥ ਦੇ ਵਿੱਚ ਗੁਰਮਤਿ ਦੀਆਂ ਵੀ ਕਈ ਸ਼ੇਡਸ ਨੇ। ਗੁਰਮਤਿ ਦੇ ਹੁਣ ਸਾਡੇ ਸੰਪਰਦਾਵਾਂ ਨੇ ਜਾਂ ਪੰਥ ਪ੍ਰਵਾਨਿਤ ਮਰਿਆਦਾ ਹੈ, ਸਾਨੂੰ ਸਾਰਿਆਂ ਦੀਆਂ ਫੀਲਿੰਗਸ ਨੂੰ ਧਿਆਨ ਵਿੱਚ ਰੱਖ ਕੇ ਜਦੋਂ ਵੀ ਅਸੀਂ ਕੋਈ ਕਾਰਜ ਕਰਦੇ ਹਾਂ ਤਾਂ ਉਸ ਵੇਲੇ ਸਾਨੂੰ ਜ਼ਰੂਰ ਜਿਹੜੇ ਵਿਸ਼ੇਸ਼ਕ ਨੇ ਉਹਨਾਂ ਨਾਲ ਰਾਏ ਮਸ਼ਵਰਾ ਕਰਕੇ ਜਦੋਂ ਅਸੀਂ ਕੋਈ ਚੀਜ਼ ਸ਼ਾਇਆ ਕਰਦੇ ਹਾਂ ਤਾਂ ਵੇਖ ਲੈਣੀ ਚਾਹੀਦੀ ਹੈ, ਕਿਉਂਕਿ ਪੰਥ ਨੂੰ ਸਾਨੂੰ ਸਕਾਰਾਤਮਕ ਤਰੀਕੇ ਦੇ ਨਾਲ ਪੋਜ਼ਿਟਿਵ ਉਹਦੇ ਨਾਲ ਸਾਨੂੰ ਕਾਰਜ ਕਰਨ ਦੀ ਜ਼ਰੂਰਤ ਹੈ। ਜਿਵੇਂ ਹੁਣ ਤੁਹਾਡਾ ਚੈਨਲ ਹੈ, ਉਹ ਸਕਾਰਾਤਮਕ ਤਰੀਕੇ ਦੇ ਨਾਲ ਸਿੱਖੀ ਦੀ ਗੱਲ ਸਾਰੀ ਦੁਨੀਆ ਤੱਕ ਪਹੁੰਚਾ ਰਿਹਾ ਹੈ। ਤਾਂ ਸਾਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਰੇਡੀਓ USA ਦਾ ਹਮੇਸ਼ਾ ਜਿਹੜਾ ਐਟੀਟਿਊਡ ਹੈ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਹੈ, ਨਾ ਕਿ ਅਸੀਂ ਕਿਸੇ ਨੈਗੇਟਿਵਿਟੀ ਨੂੰ ਪ੍ਰਚਾਰ ਵਿੱਚ ਲਿਆਉਣਾ। ਸੋ ਗਾਇਨ ਕਰਨ ਨੂੰ, ਫਿਲਮ ਬਣਾਉਣ ਨੂੰ, ਕੋਈ ਵੀ ਤੁਸੀਂ ਮੀਡੀਆ ਯੂਜ਼ ਕਰ ਰਹੇ ਹੋ ਤਾਂ ਉਹਦੇ ਲਈ ਸਾਨੂੰ ਜਿਹੜਾ ਹੈ ਪ੍ਰਮਾਣਿਕ ਸਰੋਤ ਜਿਹੜੇ ਨੇ ਉਹਨਾਂ ਨੂੰ ਵਾਚਣਾ ਬੜਾ ਜ਼ਰੂਰੀ ਹੈ। ਨਹੀਂ ਤਾਂ ਫਿਰ ਅਰਥ ਦਾ ਅਨਰਥ ਜਦੋਂ ਹੋ ਜਾਂਦਾ ਤੇ ਫਿਰ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਵਾਲੀ ਗੱਲ ਹੋ ਜਾਂਦੀ ਹੈ। ਉਸ ਗੱਲ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਸਾਨੂੰ ਹਜ਼ਾਰਾਂ ਲੋਕ ਸੁਣਦੇ ਨੇ, ਲੱਖਾਂ ਲੋਕ ਸਾਨੂੰ ਵੇਖਦੇ ਨੇ ਤੇ ਉਹਨਾਂ ਤੇ ਫਿਰ ਸਾਡਾ ਪ੍ਰਭਾਵ ਠੀਕ ਨਹੀਂ ਪੈਂਦਾ। ਵੀਡੀਓ ਨੂੰ ਲੈ ਕੇ ਤਾਂ ਅਕਸਰ ਕੰਟਰੋਵਰਸੀ ਰਹਿੰਦੀ ਹੈ, ਪਰ ਗਾਇਨ ਨੂੰ ਲੈ ਕੇ ਕੋਈ ਨਹੀਂ ਆ। ਸੋ ਐਟਲੀਸਟ ਆਪਾਂ ਆਡੀਓ ਬੁੱਕਸ, ਇਹ ਸਾਰੀਆਂ ਚੀਜ਼ਾਂ, ਇੰਨੀ ਸੋਹਣੀ ਚੀਜ਼ ਉਸ ਭਾਵ ਦੇ ਵਿੱਚ ਜਿਹੜੀ ਇਹਨਾਂ ਨੇ ਗਾਇਨ ਕਰਕੇ ਪੇਸ਼ ਕਰ ਦਿੱਤੀ ਆ, ਸੋ ਆਪਾਂ ਜ਼ਰੂਰ ਵੱਧ ਤੋਂ ਵੱਧ ਉਸ ਨੂੰ ਸੁਣੀਏ, ਉਸ ਨੂੰ ਦੇਖੀਏ ਅਤੇ ਆਪਾਂ ਉਸ ਥਾਂ ਦੇ ਉੱਤੇ ਉਸ ਸ਼ਹਾਦਤਾਂ ਦੇ ਨਾਲ ਮਿਲ ਸਕੀਏ, ਕੁਛ ਸਿੱਖ ਸਕੀਏ। ਇਸੇ ਤੋਂ ਇਹੀ ਚੀਜ਼ਾਂ ਜਿਹੜੀਆਂ ਇਹ ਆਪਾਂ ਨੂੰ ਜ਼ਰੂਰੀ ਆ ਅਤੇ ਆਪਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਇੱਦਾਂ ਡਾਕਟਰ ਸਾਹਿਬ ਤੁਸੀਂ ਹੋਰ ਵੀ ਵੱਧ ਤੋਂ ਵੱਧ ਜਿਹੜੇ ਪ੍ਰੋਜੈਕਟ ਆ ਉਹ ਲੈ ਕੇ ਤੁਸੀਂ ਆਉਂਦੇ ਰਹੋਗੇ। ਇਸ ਚੀਜ਼ ਦੇ ਲਈ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਵੀ ਕੌਮ ਦੀ ਝੋਲੀ ਇਹ ਸਾਰੇ ਇਕੱਠੇ ਜਿਹੜੇ ਬੰਦ ਆ ਉਹ ਕਰਕੇ ਤੁਸੀਂ ਇੱਕੋ ਥਾਂ ਦੇ ਉੱਤੇ ਇਕੱਠੇ ਕਰ ਦਿੱਤੇ ਆ। ਇਹ ਬਹੁਤ ਵਧੀਆ ਚੀਜ਼ ਜਿਹੜੀ ਹੋਈ ਆ। ਇਸ ਤੋਂ ਇਲਾਵਾ ਮੈਂ ਇੱਕ ਹੋਰ ਉਹਦਾ ਗੱਲ ਕਰਨੀ ਸੀ ਵੀ ਆਪਾਂ ਕਈ ਸਾਲ ਪਹਿਲਾਂ ਗੱਲਬਾਤ ਕੀਤੀ ਸੀ ਯੂਨੀਵਰਸਿਟੀ ਦੇ ਨਾਲ, ਤੁਸੀਂ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਨਾਲ ਮਿਲ ਕੇ ਤੇ ਇੱਥੇ ਪੰਜਾਬੀ ਸਿਖਾਉਣ ਵਾਲੀ ਤੇ ਉਹ ਸਾਰੀਆਂ ਚੀਜ਼ਾਂ, ਫਿਰ ਉਹ ਕਿੱਦਾਂ ਹੁਣ ਪ੍ਰੋਜੈਕਟ ਉੱਦਾਂ ਦੇ ਕਿੱਦਾਂ ਦੇ ਚੱਲ ਰਹੇ ਆ? ਉਹ ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਜਿਹੜੇ ਵਿਭਾਗ ਨੇ, ਗੁਰਮਤਿ ਸੰਗੀਤ ਚੇਅਰ, ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਔਰ ਇਹਦੇ ਨਾਲ ਸਾਡਾ ਗੁਰਮਤਿ ਸੰਗੀਤ ਵਿਭਾਗ ਉਹ 'ਤੇ ਕਾਰਜ ਕਰ ਹੀ ਰਿਹਾ। ਪੰਜਾਬੀ ਯੂਨੀਵਰਸਿਟੀ ਦਾ ਦਾਇਰਾ ਤੇ ਚੱਲ ਹੀ ਰਿਹਾ। ਪੰਜਾਬੀ ਰੇਡੀਓ USA ਨੇ ਸਾਨੂੰ ਖਾਸ ਤੌਰ 'ਤੇ ਕਿਹਾ ਸੀ ਕਿ ਇੱਧਰ ਪੰਜਾਬੀ ਲੈਂਗੁਏਜ ਦਾ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਜਾਏ, ਉਹ ਵੀ ਅਸੀਂ ਆਨਲਾਈਨ ਸ਼ੁਰੂ ਕੀਤਾ, ਪਰ ਅਨਫੋਰਚੂਨੇਟਲੀ ਇੱਥੋਂ ਸਾਨੂੰ ਜਿਹੜਾ ਰਿਸਪਾਂਸ ਜਿੰਨਾ ਮਿਲਣਾ ਚਾਹੀਦਾ ਸੀ, ਕਿਉਂਕਿ ਤੁਹਾਡੀ ਸਾਰਿਆਂ ਦੀ ਡਿਮਾਂਡ ਦੇ ਉੱਤੇ ਕੋਰਸਿਸ ਅਸੀਂ ਸ਼ੁਰੂ ਕੀਤੇ ਸੀ, ਤਾਂ ਉਹ ਸਾਨੂੰ ਨਾ ਹੁੰਗਾਰਾ ਇੱਥੋਂ। ਤੁਸੀਂ ਕਿਹਾ ਸੀ ਕਿ ਕੈਲੀਫੋਰਨੀਆ ਦੇ ਵਿੱਚ ਅਗਰ ਆਪਣੀ ਲੈਂਗੁਏਜ ਤੁਹਾਨੂੰ ਆਉਂਦੀ ਹੈ ਤੇ ਤੁਸੀਂ ਕ੍ਰੈਡਿਟ ਮਿਲ ਜਾਂਦੇ ਨੇ, ਤਾਂ ਉਹ ਅਸੀਂ ਤਾਂ ਆਨਲਾਈਨ ਸ਼ੁਰੂ ਕਰ ਲਿਆ ਸੀ, ਪਰ ਹੁਣ ਅੱਗੇ ਐਡਮਿਸ਼ਨ ਤਾਂ ਤੁਹਾਡੇ ਵੱਲੋਂ ਆਉਣੀ ਸੀ। ਤਾਂ ਪੰਜਾਬੀ ਰੇਡੀਓ USA ਨੇ ਜਿਹੜਾ ਉਦਮ ਕੀਤਾ ਸੀ, ਉਦੋਂ ਸਾਨੂੰ ਉਤਸ਼ਾਹਿਤ ਕੀਤਾ ਸੀ। ਤਾਂ ਮੈਂ ਚਾਹਾਂਗਾ ਕਿ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਹੀ ਸਾਰਿਆਂ ਨੂੰ ਫਿਰ ਅਪੀਲ ਵੀ ਕਰੇ ਔਰ ਉਹ ਕੋਰਸਿਸ ਵੀ ਸ਼ੁਰੂ ਕਰਨੇ। ਇਸੇ ਤਰ੍ਹਾਂ ਹੀ ਹੁਣ GNI ਗੁਰੂ ਨਾਨਕ ਗਲੋਬਲ ਇੰਸਟੀਚਿਊਟ ਜਿਹੜਾ ਹੈ ਸਰੀ ਵੈਨਕੂਵਰ, ਉਹਨਾਂ ਨੇ ਗੁਰਮਤਿ ਸੰਗੀਤ ਦੇ ਕੋਰਸਿਸ ਆਰੰਭ ਕੀਤੇ ਨੇ, ਕੈਨੇਡੀਅਨ ਗਵਰਨਮੈਂਟ ਤੋਂ ਅਪਰੂਵ ਵੀ ਕਰਾ ਰਹੇ ਨੇ ਔਰ ਯੂਨੀਵਰਸਿਟੀ ਬਣਾਉਣ ਵਾਲੇ ਪਾਸੇ ਨੂੰ ਉਹ ਚੱਲ ਰਹੇ ਨੇ। ਉਹਨਾਂ ਨੇ ਸਿੱਖ ਸਟੱਡੀਜ਼, ਪੰਜਾਬੀ, ਗੁਰਮੁਖੀ ਔਰ ਗੁਰਮਤਿ ਸੰਗੀਤ ਦੇ ਕੋਰਸਿਸ 4th ਸਮੈਸਟਰ ਵਿੱਚ ਪਹੁੰਚ ਚੁੱਕੇ ਨੇ। ਤਾਂ ਉਹ ਆਨਲਾਈਨ ਕੋਰਸਿਸ ਨੇ ਸਾਰੇ, ਉਹ ਕੋਰਸਿਸ ਵੀ ਤੁਸੀਂ ਕਰ ਸਕਦੇ ਹੋ। ਬਹੁਤ ਕੰਮ ਹੋ ਰਿਹਾ, ਪਰ ਸੰਗਤ ਵੱਲੋਂ ਹੁੰਗਾਰੇ ਦੀ ਲੋੜ ਹੈ। ਤੁਸੀਂ ਆਪੋ ਆਪਣੇ ਖਾਲਸਾ ਸਕੂਲ ਤਾਂ ਚਲਾਉਂਦੇ ਹੋ, ਪਰ ਪੋਸਟ ਸੈਕੰਡਰੀ ਸਟੂਡੈਂਟਸ ਦੇ ਲਈ ਕੋਰਸਿਸ ਬਹੁਤ ਘੱਟ ਨੇ ਜਿਨ੍ਹਾਂ ਦੇ ਕ੍ਰੈਡਿਟ ਤੁਹਾਨੂੰ ਯੂਨੀਵਰਸਿਟੀ 'ਚ ਮਿਲਦੇ ਨੇ। ਤਾਂ ਉਹ ਕੋਰਸਿਸ ਤੁਸੀਂ ਕਰੋ, ਔਰ ਖਾਸ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਦੇ ਕੋਰਸਿਸ ਔਰ ਗੁਰੂ ਨਾਨਕ ਗਲੋਬਲ ਇੰਸਟੀਚਿਊਟ, ਔਰ ਇਹਦੇ ਨਾਲ ਹੀ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਹੈ, ਉਹਨਾਂ ਨੇ ਭਾਈ ਮਰਦਾਨਾ ਚੇਅਰ ਬਣਾਈ ਹੈ ਔਰ ਉਹ ਵੀ ਕੋਰਸਿਸ ਸ਼ੁਰੂ ਕਰਨ ਜਾ ਰਹੇ ਨੇ।
ਇਹ ਵੀ ਸਾਰੇ ਕੰਮ online ਹੀ ਹੋਣਾ, ਜੀ ਡਾਕਟਰ ਸਾਹਿਬ? ਸਾਰਾ ਆਨਲਾਈਨ ਹੋਣਾ। ਠੀਕ ਹੈ। ਤੋ ਪਹਿਲਾਂ ਤੇ ਕਹਿੰਦੇ ਹੁੰਦੇ ਸੀ ਕਿ ਆਨਲਾਈਨ, ਜਦੋਂ ਅਸੀਂ ਸ਼ੁਰੂ ਕੀਤਾ ਸੀ 10-15 ਸਾਲ ਤੇ ਸਾਰੇ ਹੱਸਦੇ ਹੁੰਦੇ ਸੀ ਕਿ ਆਨਲਾਈਨ 뮤직 ਕਿਵੇਂ ਸਿਖਾਣਗੇ, ਪਰ ਹੁਣ ਤੁਸੀਂ ਵੇਖ ਰਹੇ ਹੋ ਕਿ ਆ ਜੋ COVID ਦੇ ਦੌਰਾਨ ਮਹਾਮਾਰੀ ਦੇਖਿਆ। ਕੋਵਿਡ ਤੋਂ ਬਾਅਦ ਤੇ ਹੁਣ ਸਾਰੇ ਹੁਣ ਆਨਲਾਈਨ ਹੀ ਟੀਚਿੰਗ ਹੋਣ ਲੱਗ ਪਈ ਹੈ। ਸੋ ਇਸ ਦਾ ਲਾਭ ਲੈਣਾ ਚਾਹੀਦਾ ਔਰ ਵੱਧ ਤੋਂ ਵੱਧ ਜਿਹੜੇ ਐਕਸਪਰਟ ਲੋਕ ਨੇ, ਅੱਛੇ ਟੀਚਰ ਨੇ, ਉਹਨਾਂ ਦੇ ਕੋਲ ਅੱਛੀਆਂ ਸੰਸਥਾਵਾਂ ਨੇ, ਸਾਨੂੰ ਸਿੱਖਣਾ ਸਿਖਾਉਣਾ ਚਾਹੀਦਾ। ਜੀ ਬਿਲਕੁਲ। ਸੋ ਡਾਕਟਰ ਸਾਹਿਬ, ਯੂਨੀਵਰਸਿਟੀ ਦਾ ਹਾਲ ਕਿੱਦਾਂ ਹੈ? ਯੂਨੀਵਰਸਿਟੀ ਦਾ ਹਾਲ ਕੋਈ ਠੀਕ ਹੈ। ਯੂਨੀਵਰਸਿਟੀ ਦੇ ਵਿੱਚ ਬਹੁਤ ਕੰਮ ਹੋਇਆ, ਪਰ ਹੁਣ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਲੋੜ ਹੈ। ਪੰਜਾਬ ਦੇ ਵਿੱਚ ਇੱਕ ਪੰਜਾਬੀ ਯੂਨੀਵਰਸਿਟੀ ਹੈ, ਵਿਸ਼ਵ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਹੈ ਜਿਹਨੇ ਪੰਜਾਬੀ ਭਾਸ਼ਾ ਦਾ, ਸਾਹਿਤ ਦਾ, ਸੱਭਿਆਚਾਰ ਦਾ ਵਿਕਾਸ ਕੀਤਾ, ਲਿਟਰੇਚਰ ਦਿੱਤਾ ਹੈ ਔਰ ਬਹੁਤ ਵਿਦਵਾਨਾਂ ਨੇ ਕੰਮ ਕੀਤਾ। ਜਿੰਨੇ ਨਾਮੀ ਵਿਦਵਾਨ ਨੇ ਉਹ ਉਸ ਪੰਜਾਬੀ ਯੂਨੀਵਰਸਿਟੀ ਨਾਲ ਵਾਬਸਤਾ ਰਹੇ ਨੇ। ਤੋ ਅਸੀਂ ਵੀ ਜਿਹੜਾ ਕੰਮ ਕਰ, ਅਸੀਂ ਵੀ ਪੰਜਾਬੀ ਯੂਨੀਵਰਸਿਟੀ ਦੀ ਬਦੌਲਤ ਹੀ ਤੁਹਾਡੇ ਕਦਮਾਂ ਵਿੱਚ ਆ ਕੇ ਪ੍ਰਚਾਰ ਕਰਦੇ ਹਾਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਹੈਲਪ ਕਰੋ, ਬਚਾਓ। ਔਰ ਪੰਜਾਬ ਗੌਰਮੈਂਟ ਨੂੰ ਵੀ ਮੇਰੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਸਪੋਰਟ ਕਰੇ। ਜੇ ਸਾਡੇ ਕੋਲ ਸਾਡੀ ਪੰਜਾਬੀ ਯੂਨੀਵਰਸਿਟੀ ਨਾ ਰਹੀ ਤਾਂ ਇੱਕ ਬਹੁਤ ਵੱਡਾ ਸਾਡੇ ਕੋਲ ਲਾਸ ਹੋਏਗਾ। ਪੰਜਾਬੀ ਯੂਨੀਵਰਸਿਟੀ ਤਾਂ ਰਹੇਗੀ, ਪਰ ਉਹ ਚੜ੍ਹਦੀ ਕਲਾ ਵਿੱਚ ਹੋਣੀ ਚਾਹੀਦੀ ਹੈ। ਔਰ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਅਲੂਮਨਸ ਨੇ, ਜਿਹੜੇ ਵੱਖ-ਵੱਖ ਥਾਵਾਂ ਤੇ ਬੈਠੇ ਨੇ, ਸਾਡੇ ਵਿਦਿਆਰਥੀ ਪੁਰਾਣੇ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਹੁਣ ਤੁਹਾਡੇ ਲਈ ਵੀ ਸਮਾਂ ਹੈ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਨੂੰ ਜਿਹੜਾ ਹੈ ਆਪਣਾ ਹੁੰਗਾਰਾ ਦਿਓ ਔਰ ਆਪਣਾ ਰਿਣ ਉਤਾਰੋ, ਥੋੜ੍ਹਾ ਬਹੁਤਾ ਕੰਟਰੀਬਿਊਟ ਕਰੋ ਔਰ ਉੱਥੇ ਵੀ ਜਾਇਆ ਕਰੋ ਔਰ ਉਸ ਦੀ ਛਾਵੇਂ ਬੈਠ ਕੇ ਉਹਨਾਂ ਰੁੱਖਾਂ ਦੀ, ਉਹਨਾਂ ਇਮਾਰਤਾਂ ਦੀ, ਉਹਨਾਂ ਨੂੰ ਵੇਖੋ ਔਰ ਉਹਨਾਂ ਦੀ ਸਾਰ ਲਓ ਤੇ ਪੰਜਾਬੀ ਯੂਨੀਵਰਸਿਟੀ ਨੂੰ ਚੜ੍ਹਦੀ ਕਲਾ ਵਿੱਚ ਕਰੋ ਤਾਂ ਕਿ ਸਾਰੇ ਅਸੀਂ ਪੰਜਾਬੀਅਤ ਤੇ ਮਾਣ ਕਰ ਸਕੀਏ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬੜੀ ਸ਼ੁਕਰੀਆ ਮਿਹਰਬਾਨੀ ਜੀ। ਪੰਜਾਬੀ ਰੇਡੀਓ USA ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਖਾਸ ਤੌਰ ਤੇ ਤੁਹਾਡਾ। ਤੁਸੀਂ ਇਸ ਨੂੰ ਵਾਚਿਆ, ਪੜ੍ਹਿਆ ਔਰ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ,